पंजाब ਦੇ ਵਿੱਚ ਵੀ ਬੁਰਾ ਹਾਲ ਹੋ ਚੁੱਕਿਆ। ਆਕਸੀਜਨ ਦੀ ਘਾਟ ਦੇ ਕਾਰਨ ਲੋਕ ਮਰ ਰਹੇ ਨੇ। ਸੰਗਰੂਰ ਤੋਂ ਬੇहद ਦੁਖਦ ਖਬਰ ਸਾਹਮਣੇ ਆਈ ਹੈ ਕਿ ਇੱਕੋ ਪਰਿਵਾਰ ਦੇ 4 ਜੀ ਚਲੇ ਗਏ। ਬਹੁਤ ਉਦਾਸੀ ਆਉਂਦੀ ਹੈ ਜਦੋਂ ਅਸੀਂ ਦੇਖਦੇ ਆਂਗੇ ਕਿ ਇੱਕ ਬੰਦਾ ਦੁਨੀਆ ਤੋਂ ਸਿਰਫ ਫੇਸ ਕਰਕੇ ਜਾ ਰਿਹਾ ਕਿ ਉਹਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ। ਪੰਜਾਬ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਅੰਕੜੇ ਉਸ ਤਰ੍ਹਾਂ ਨਸ਼ਰ ਨਹੀਂ ਕੀਤੇ ਜਾਂਦੇ। ਸ਼ਰਮਨਾਕ ਗੱਲ ਇਸ ਤਰੀਕੇ ਦੇ ਨਾਲ ਨਿਕਲ ਕੇ ਸਾਹਮਣੇ ਆਈ ਹੈ ਔਰ ਜਿਹੜੇ ਅੰਕੜੇ ਆ ਰਹੇ ਨੇ ਉਹ ਬਹੁਤ ਕੁਝ ਕਹਿ ਰਹੇ ਨੇ। ਔਰ ਮਈ ਦੇ ਅੰਦਰ ਹੁਣ ਤੱਕ 62,116 ਕੇਸ ਆਏ ਨੇ, 1293 ਮੌਤਾਂ ਹੋ ਚੁੱਕੀਆਂ ਨੇ। ਪੰਜਾਬ ਦੇ ਅੰਦਰ 150 ਤੋਂ 200 ਮੌਤਾਂ ਹੋ ਰਹੀਆਂ ਨੇ ਔਰ ਉਹ ਮੌਤਾਂ ਦੇ ਲਈ ਜ਼ਿੰਮੇਵਾਰ ਕੌਣ ਆਗਾ? ਪੰਜਾਬ ਦੇ ਅੰਦਰ ਹੈਲਥ ਤੇ ਐਜੂਕੇਸ਼ਨ ਦਾ ਬਜਟ ਲਗਾਤਾਰ ਘਟਦਾ ਆਇਆ। ਰੱਖਿਆ ਦੇ ਬਜਟ ਇਸ ਦੇਸ਼ 'ਚ ਕੇਂਦਰ ਸਰਕਾਰ ਲਗਾਤਾਰ ਵਧਾਉਂਦੀ ਰਹੀ। ਹਥਿਆਰ ਖਰੀਦ ਲਓ, ਹਥਿਆਰ ਖਰੀਦੋ, ਹਥਿਆਰਾਂ ਨਾਲ ਕੀ ਕਰਨਾ? ਲੋਕਾਂ ਦਾ ਬਹੁਤ ਬੁਰਾ ਹਾਲ ਆ ਵਿਚਾਰਿਆਂ ਦਾ ਪਿੰਡਾਂ 'ਚ। ਪਿੰਡਾਂ ਦੇ ਜਿਹੜੇ ਆਮ ਲੋਕ ਨੇ, ਗਰੀਬ ਲੋਕ ਨੇ, ਡਰੇ ਹੋਏ ਨੇ। ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਸਾਰਾ ਪੰਜਾਬ ਕੇਜਰੀਵਾਲ, ਇਹ ਨਾਅਰਿਆਂ ਨਾਲ ਪੰਜਾਬ ਨਹੀਂ ਬਦਲਣਾ। ਆਉਣ ਵਾਲੇ ਦਿਨਾਂ ਦੇ ਅੰਦਰ ਪੰਜਾਬ 'ਚ ਹਾਲਾਤ ਹੋਰ ਮਾੜੇ ਹੋਣ ਜਾ ਰਹੇ ਨੇ। ਲੱਗਦਾ ਕਿ ਤੁਹਾਨੂੰ ਕਰੋਨਾ ਦੇ ਪਿੱਛੇ ਵੀ ਕੋਈ ਮਾਫੀਆ ਜਾਂ ਕੋਈ ਵੱਡਾ ਮੈਡੀਕਲ ਸਕੈਮ? ਹਰ ਕ੍ਰਾਈਸਿਸ 'ਚੋਂ ਮੌਕੇ ਲੱਭ ਲੈਣੇ, ਇਹ ਸ਼ਰਮਨਾਕ ਗੱਲ ਆ। ਇੱਕ ਪਾਸੇ ਤਾਂ ਪੰਜਾਬ ਕਰੋਨਾ ਸੰਕਟ ਦੇ ਨਾਲ ਜੂਝ ਰਿਹਾ, ਪਰ ਦੂਜੇ ਪਾਸੇ ਹੀ ਕਾਂਗਰਸ ਦੇ ਵਿੱਚ ਜਿਹੜਾ ਅੰਦਰੂਨੀ ਸੰਕਟ ਹੈ, ਆਪਾਂ ਪਿਛਲੇ ਕਈ ਦਿਨਾਂ ਤੋਂ ਉਹਨੂੰ ਡਿਸਕਸ ਕਰ ਰਹੇ ਹਾਂ, ਡੀਕੋਡ ਕਰ ਰਹੇ ਹਾਂ ਉਸ ਮੁੱਦੇ ਨੂੰ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਜਾ ਰਿਹਾ ਕਾਂਗਰਸ ਦੇ ਵਿੱਚ? ਕੈਪਟਨ ਕਿਹਨਾਂ ਮੰਤਰੀਆਂ ਦੀਆਂ ਫਾਈਲਾਂ ਖੋਲ੍ਹ ਦੇਣਗੇ? ਕਾਂਗਰਸ ਦੇ ਅੰਦਰ ਜੋ ਇਹ ਖਾਨਾ ਜੰਗੀ ਚੱਲ ਰਹੀ ਹੈ ਇਹ ਅਜੇ ਹੋਰ ਚੱਲੇਗੀ। ਕੈਪਟਨ ਅਮਰਿੰਦਰ ਸਿੰਘ ਦੇ ਇੱਕ ਸਮਰਥਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਹੜਾ ਬੈਠੇ ਰਹਿਣਗੇ। ਇੱਕ ਪਾਸੇ ਐਮਐਲਏ ਮੰਤਰੀ, ਦੂਜੇ ਪਾਸੇ ਕੈਪਟਨ। ਇੱਕ ਪਾਸੇ ਫਾਈਲਾਂ, ਦੂਜੇ ਪਾਸੇ ਹਾਰ। ਕੈਪਟਨ ਜਿਨ੍ਹਾਂ ਦੀਆਂ ਸਭ ਤੋਂ ਪਹਿਲਾਂ ਫਾਈਲਾਂ ਇਕੱਠੀਆਂ ਕਰ ਰਹੇ ਨੇ ਜਾਂ ਖੋਲ੍ਹਣ ਜਾ ਰਹੇ ਨੇ, ਉਹਨਾਂ 'ਚ ਬਹੁਤੇ ਐਮਐਲਏ ਉਹਨੇ ਜਿਨ੍ਹਾਂ ਦੇ ਮਾਈਨਿੰਗ ਦੇ ਕੰਮ ਕਰ ਨੇ। ਉਹ ਕਹਿੰਦੇ ਆ ਕਿ ਕੈਪਟਨ ਇੰਨੇ ਸਿੱਧੇ ਤਰੀਕੇ ਨਾਲ ਥੋੜ੍ਹੀ ਕੁਰਸੀ ਤੋਂ ਹਟ ਜਾਣਗੇ। ਤਾਂ ਕੈਪਟਨ ਦੀ ਜਿਹੜੀ ਪਲੈਨਿੰਗ ਆ ਉਹਨੇ ਦੱਸਿਆ ਕਿ ਫਾਈਲਾਂ ਤਿਆਰ ਨੇ ਤੇ ਉਹ ਫਾਈਲਾਂ ਖੋਲ੍ਹੀਆਂ ਜਾਣਗੀਆਂ। ਉਹ ਫਾਈਲਾਂ ਤੇ ਬੰਦਿਆਂ ਨੂੰ ਉਲਝਾਇਆ ਜਾਏਗਾ। ਜਿਵੇਂ ਜਿਹੜੇ ਮੀਟਿੰਗ 'ਚ ਗਏ ਲੋਕ ਨੇ ਉਹ ਹੁਣ ਕਿਸੇ ਨਾਲ ਗੱਲ ਨਹੀਂ ਕਰ ਰਹੇ। ਪੰਜਾਬ ਦੇ ਵਿੱਚ ਲੋਕ ਆਕਸੀਜਨ ਦੀ ਘਾਟ ਦੇ ਕਾਰਨ ਮਰ ਰਹੇ ਨੇ। ਕੀ ਸਰਕਾਰਾਂ ਇਸ ਦੇ ਲਈ ਜ਼ਿੰਮੇਵਾਰ ਨੇ? ਜਿਹੜੇ ਵੀ ਅੰਕੜੇ ਸਰਕਾਰਾਂ ਦੇ ਵੱਲੋਂ ਦਿਖਾਏ ਜਾ ਰਹੇ ਨੇ, ਇਹਨਾਂ ਦੇ ਪਿੱਛੇ ਦੀ ਸੱਚਾਈ ਤੇ ਆਖਿਰ ਪੰਜਾਬ ਦੇ ਵਿੱਚ ਅਜਿਹਾ ਬੁਰਾ ਹਾਲ ਕਿਉਂ ਹੋ ਰਿਹਾ ਹੈ, ਇਸੇ ਮੁੱਦੇ ਨੂੰ ਹੀ ਅੱਜ ਡੀਕੋਡ ਕਰਦੇ ਹਾਂ ਤੇ ਗੱਲਬਾਤ ਕਰਦੇ ਹਾਂ ਯਾਦਵਿੰਦਰ ਸਿੰਘ ਉਹਨਾਂ ਦੇ ਨਾਲ। ਕਿਉਂਕਿ ਪੰਜਾਬ ਦੇ ਇੱਕੋ ਪਿੰਡ ਦੇ ਵਿੱਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ। ਇਸ ਦੇ ਲਈ ਪ੍ਰਸ਼ਾਸਨ ਕਿੰਨਾ ਕੁ ਜ਼ਿੰਮੇਵਾਰ ਹੈ? ਸਭ ਤੋਂ ਪਹਿਲਾਂ ਆਪਾਂ ਇਸੇ ਸਵਾਲ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਰਾਜਨੀਤੀ ਡੀਕੋਡ ਦੀ ਸ਼ੁਰੂਆਤ ਕਰਦੇ ਹਾਂ। ਤਾਂ ਯਾਦਵਿੰਦਰ, ਪੰਜਾਬ ਦੇ ਵਿੱਚ ਵੀ ਬੁਰਾ ਹਾਲ ਹੋ ਚੁੱਕਿਆ। ਆਕਸੀਜਨ ਦੀ ਘਾਟ ਦੇ ਕਾਰਨ ਲੋਕ ਮਰ ਰਹੇ ਨੇ। ਸੰਗਰੂਰ ਤੋਂ ਬੇहद ਦੁਖਦ ਖਬਰ ਸਾਹਮਣੇ ਆਈ ਹੈ ਕਿ ਇੱਕੋ ਪਰਿਵਾਰ ਦੇ 4 ਜੀ ਚਲੇ ਗਏ। ਬਿਲਕੁਲ, ਸਾਨੂੰ ਸਾਰਿਆਂ ਨੂੰ ਸੁਣ ਕੇ ਸਾਡੇ ਹੀ ਪਿੰਡਾਂ ਦੀ ਗੱਲ ਆ। ਉਹ ਸਾਰਾ ਪੰਜਾਬ ਹੀ ਸਾਡਾ ਪਿੰਡ ਹੈਗਾ, ਸਾਰੀ ਦੁਨੀਆ ਹੀ ਸਾਡਾ ਪਿੰਡ ਹੈ। ਤੇ ਬਹੁਤ ਉਦਾਸੀ ਆਉਂਦੀ ਆ ਜਦੋਂ ਅਸੀਂ ਦੇਖਦੇ ਆਂਗੇ ਕਿ ਇੱਕ ਬੰਦਾ ਦੁਨੀਆ ਤੋਂ ਸਿਰਫ ਫੇਸ ਕਰਕੇ ਜਾ ਰਿਹਾ ਕਿ ਉਹਨੂੰ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ। ਪਿੰਡਾਂ ਦੇ ਅੰਦਰ ਜੋ ਰਿਪੋਰਟ ਹੋ ਰਿਹਾ, ਜੋ ਚੀਜ਼ਾਂ ਆ ਰਹੀਆਂ, ਉਹ ਹਾਲਤ ਨਹੀਂ ਹੈ। ਪਿੰਡਾਂ ਦੀ ਹਾਲਤ ਹੋਰ ਵੀ ਮਾੜੀ ਹੋ ਚੁੱਕੀ ਹੈ। ਪੰਜਾਬ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਅੰਕੜੇ ਉਸ ਤਰ੍ਹਾਂ ਨਸ਼ਰ ਨਹੀਂ ਕੀਤੇ ਜਾਂਦੇ। ਇੰਟਰਨੈਸ਼ਨਲ ਮੀਡੀਆ ਕਹਿ ਰਿਹਾ ਕਿ ਮੋਦੀ ਸਰਕਾਰ ਪੂਰੇ ਭਾਰਤ ਦੇ ਅੰਕੜੇ ਲੁਕੋ ਰਹੀ ਹੈ ਤੇ ਪੰਜਾਬ ਸਰਕਾਰ ਵੀ ਅੰਕੜਿਆਂ ਦੇ ਵਿੱਚ ਬਹੁਤ ਸਾਰੀਆਂ ਗੜਬੜਾਂ ਕਰ ਸਕਦੀ ਹੈ। ਸਰਕਾਰਾਂ ਦਾ ਇਹ ਕੰਮ ਹੁੰਦਾ ਹੈ, ਬਜਟ ਦੀਆਂ ਫਿਗਰਾਂ ਤੋਂ ਲੈ ਕੇ ਜਦੋਂ ਵੀ ਜਿਹੜੇ ਅੰਕੜੇ, ਜਿਹੜੀਆਂ ਫਿਗਰਾਂ ਸਰਕਾਰ ਦੇ ਖਿਲਾਫ ਜਾ ਰਹੀਆਂ ਹੁੰਦੀਆਂ ਨੇ, ਉਹਨੂੰ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਪੰਜਾਬ 'ਚ ਇਸ ਟਾਈਮ ਟੈਸਟਿੰਗ ਦੀ ਬਹੁਤ ਲੋੜ ਹੈ। ਲੋਕ ਹਾਹਾਕਾਰ ਮੱਚੀ ਹੋਈ ਆ, ਰੌਲਾ ਪਾ ਰਹੇ ਨੇ, ਟੈਸਟਿੰਗ ਨਹੀਂ ਹੋ ਰਹੀ। ਖਾਸ ਤੌਰ 'ਤੇ ਸੰਗਰੂਰ ਦੇ ਉਸ ਪਿੰਡ ਦੇ ਅੰਦਰ ਇੱਕੋ ਪਰਿਵਾਰ 'ਚ 4 ਜੀਆਂ ਦੀ ਮੌਤ ਹੋ ਗਈ। 4 ਜੀਆਂ ਦੀ ਮੌਤ ਹੋਣ ਤੋਂ ਬਾਅਦ ਵੀ ਕੋਈ ਵੀ ਚੀਜ਼ ਇਸ ਤਰੀਕੇ ਨਾਲ ਸਰਕਾਰ ਨਹੀਂ ਕਰ ਰਹੀ ਕਿ ਹਾਂ ਉਸ ਇਲਾਕੇ 'ਚ, ਪੂਰੇ ਪੰਜਾਬ 'ਚ ਟੈਸਟਿੰਗ ਵੱਧ ਤੋਂ ਵੱਧ ਕੀਤੀ ਜਾਵੇ। ਜਿਹੜਾ ਆਪ ਪਹੁੰਚ ਰਿਹਾ ਔਰ ਲੋਕਾਂ 'ਚ ਡਰ ਵੀ ਹੈ, ਬਹੁਤ ਸਾਰੇ ਲੋਕ ਟੈਸਟ ਨਹੀਂ ਕਰਾ ਰਹੇ। ਉਹਨਾਂ ਨੂੰ ਮੁੜ ਤੋਂ ਜਾਗਰੂਕ ਕਰਨ ਦੀ ਕਿਵੇਂ ਲੋੜ ਆ? ਜਿਵੇਂ ਪਿਛਲੀ ਵਾਰ ਹੋਇਆ ਸੀ, ਇੱਕ ਮੁਹਿੰਮ ਚਲਾਉਣ ਦੀ ਲੋੜ ਆ। ਪ੍ਰੋਪਰ ਅੰਕੜਾ ਆਉਣਾ ਚਾਹੀਦਾ। ਅੰਕੜਾ ਕਿਵੇਂ ਆਏਗਾ? ਜਦੋਂ ਪੂਰੀ ਟੈਸਟਿੰਗ ਹੋਏਗੀ। ਜਦੋਂ ਤੱਕ ਤੁਹਾਡੇ ਕੋਲ ਟੈਸਟਿੰਗ ਹੀ ਪੂਰੀ ਨਹੀਂ ਹੋਏਗੀ, ਜਦੋਂ ਤੱਕ ਪੂਰੀ ਤਸਵੀਰ ਤੁਸੀਂ ਸਾਹਮਣੇ ਨਹੀਂ ਰੱਖੋਗੇ, ਉਦੋਂ ਤੱਕ ਤੁਹਾਨੂੰ ਪੂਰੇ ਸੰਕਟ ਦਾ ਪਤਾ ਨਹੀਂ ਲੱਗੇਗਾ। ਪੂਰੇ ਸੰਕਟ ਦਾ ਪਤਾ ਨਹੀਂ ਲੱਗੇਗਾ ਤਾਂ ਪੂਰੀ ਰਣਨੀਤੀ ਵੀ ਨਹੀਂ ਬਣੇਗੀ। ਅਸੀਂ ਇਸੇ ਕਰਕੇ ਕਹਿੰਦੇ ਹਾਂ ਕਿ ਕੋਈ ਵੀ ਗੱਲ ਰਾਜਨੀਤੀ ਤੋਂ ਪਰਾਂ ਨਹੀਂ ਹੁੰਦੀ। ਕਿ ਇਹ ਸਾਰੇ
ਜੋ ਨੁਕਸਾਨ ਹੋ ਰਿਹਾ ਪੰਜਾਬ ਦਾ, ਉਹਦੇ ਲਈ ਪੰਜਾਬ ਦੀ ਪੋਲੀਟੀਕਲ ਕਲਾਸ ਜ਼ਿੰਮੇਵਾਰ ਨਹੀਂ ਆ, ਜਿਨ੍ਹਾਂ ਨੇ ਵੀ ਰਾਜ ਕੀਤਾ ਪੰਜਾਬ ਤੇ? ਕਿ ਮੌਜੂਦਾ ਸਮੇਂ ਦੇ ਅੰਦਰ ਸਰਕਾਰਾਂ, ਚਾਹੇ ਮੋਦੀ ਦੀ ਹੋਵੇ, ਕੈਪਟਨ ਦੀ ਹੋਵੇ, ਕੇਜਰੀਵਾਲ ਦੀ ਹੋਵੇ, ਮਮਤਾ ਦੀ ਹੋਵੇ, ਜਿਸ ਮਰਜ਼ੀ ਰਾਜ ਦੀ ਸਰਕਾਰ ਹੋਵੇ, ਕੀ ਉਹ ਜ਼ਿੰਮੇਵਾਰ ਨਹੀਂ ਆ ਕਿ ਉਹਨਾਂ ਨੇ ਉਹ ਪ੍ਰਬੰਧ ਦੂਜੀ ਵੇਵ ਤੋਂ ਪਹਿਲਾਂ ਕੀਤੇ ਜਿਸ ਤਰ੍ਹਾਂ ਦੇ ਪ੍ਰਬੰਧਾਂ ਦੀ ਲੋੜ ਸੀ, ਜਿਸ ਤਰੀਕੇ ਨਾਲ ਐਕਸਪੋਜ਼ ਹੋਈਆਂ ਨੇ ਸਰਕਾਰਾਂ? ਤਾਂ ਇੱਕ ਸ਼ਰਮਨਾਕ ਗੱਲ ਇਸ ਤਰੀਕੇ ਦੇ ਨਾਲ ਨਿਕਲ ਕੇ ਸਾਹਮਣੇ ਆਈ ਹੈ। ਔਰ ਜਿਹੜੇ ਅੰਕੜੇ ਆ ਰਹੇ ਨੇ ਉਹ ਬਹੁਤ ਕੁਝ ਕਹਿ ਰਹੇ ਨੇ। ਮੈਂ ਪਿਛਲੇ ਸਾਲ ਦੇ ਤੇ ਇਸ ਸਾਲ ਦੇ ਅੰਕੜਿਆਂ ਦੀ ਗੱਲ ਕਰ ਰਿਹਾ ਤੁਹਾਨੂੰ। 2020 ਜੂਨ ਦੇ ਅੰਦਰ ਜਦੋਂ ਸ਼ੁਰੂਆਤ ਹੁੰਦੀ ਹੈ ਸਾਰੇ ਮਸਲੇ ਦੀ, ਉਸ ਤੋਂ ਬਾਅਦ ਦੇ ਮਹੀਨਿਆਂ ਦੀ ਗੱਲ ਮੈਂ ਕਰ ਰਿਹਾ, ਕੇਸ ਆਏ ਸੀ 3305, ਮੌਤਾਂ ਹੋਈਆਂ 95। ਸਤੰਬਰ ਦੇ ਅੰਦਰ ਕੇਸ ਆਏ ਸੀ 54500 ਦੇ ਲਗਭਗ, ਮੌਤਾਂ ਹੋਈਆਂ 1950 ਦੇ ਲਗਭਗ। ਦਸੰਬਰ ਦੇ ਅੰਦਰ 14431 ਕੇਸ ਆਏ ਤੇ ਮੌਤਾਂ ਹੋਈਆਂ 534। ਪਰ ਜੇ ਇਸ ਸਾਲ ਦੀ ਗੱਲ ਕਰੀਏ, ਇਸ ਸਾਲ ਦੇ ਅੰਦਰ ਤੇ ਬਹੁਤ ਤਿੱਖੇ ਅੰਕੜੇ ਆ ਜਿਹੜੇ ਉਹ ਸਾਹਮਣੇ ਆ ਰਹੇ ਆ। ਪਿਛਲੇ ਜੂਨ ਦੀ ਗੱਲ ਕਰੀਏ 6754 ਕੇਸ ਸਾਹਮਣੇ ਆਏ, 234 ਮੌਤਾਂ ਹੋਈਆਂ। ਪਰ ਇਸ ਵਾਰ ਜਿਹੜਾ ਜੂਨ ਤੋਂ ਬਾਅਦ ਹੁਣ ਜੇ ਆਪਾਂ ਗੱਲ ਕਰੀਏ ਮਾਰਚ ਦੀ, 57558 ਕੇਸ ਆਏ, 1036 ਮੌਤਾਂ ਹੋਈਆਂ। ਅਪ੍ਰੈਲ ਦੇ ਅੰਦਰ ਸਭ ਤੋਂ ਵੱਡਾ ਅੰਕੜਾ ਗਾ 1,31,200 ਤੋਂ ਜ਼ਿਆਦਾ ਕੇਸ ਸਾਹਮਣੇ ਆਏ, 2154 ਮੌਤਾਂ ਹੋਈਆਂ। ਇਹ ਮੌਤਾਂ ਕਿਹਨਾਂ ਦੀਆਂ ਹੋ ਰਹੀਆਂ? ਪੰਜਾਬੀਆਂ ਦੀਆਂ ਹੋ ਰਹੀਆਂ, ਪੰਜਾਬ ਦਾ ਅੰਕੜਾ ਇਹ। ਔਰ ਮਈ ਦੇ ਅੰਦਰ ਹੁਣ ਤੱਕ 62,116 ਕੇਸ ਆਏ ਨੇ, 1293 ਮੌਤਾਂ ਹੋ ਚੁੱਕੀਆਂ ਨੇ। ਤਾਂ ਇਹ ਮੌਤਾਂ ਕਿਹਦੀਆਂ ਹੋ ਰਹੀਆਂ ਨੇ? ਉਹਨਾਂ ਵਿਚਾਰੇ ਲੋਕਾਂ ਦੀਆਂ ਜਿਨ੍ਹਾਂ ਦੇ ਕੋਲ ਸਹੂਲਤ ਨਹੀਂ, ਜਿਹੜੇ ਪ੍ਰਿਵਿਲੇਜਡ ਨੇ ਉਹ ਤਾਂ ਫਿਰ ਵੀ ਚਲੇ ਜਾਂਦੇ ਨੇ, ਜਿਹੜੇ ਵਿਚਾਰੇ ਪਿੰਡਾਂ 'ਚ ਬੈਠੇ ਨੇ, ਜਿਨ੍ਹਾਂ ਕੋਲ ਕੋਈ ਸਾਧਨ ਨਹੀਂ ਹੈਗੇ, ਜਿਹੜੇ ਗਰੀਬ ਨੇ, ਜਿਨ੍ਹਾਂ ਕੋਲੇ ਸਿਹਤ ਸਹੂਲਤਾਂ ਉਸ ਤਰ੍ਹਾਂ ਦੀਆਂ ਨਹੀਂ ਹੈਗੀਆਂ। ਔਰ ਜਿਹੜਾ ਹੁਣ ਦਾ ਅੰਕੜਾ ਆ ਰਿਹਾ ਹੈਗਾ ਉਹਦੇ 'ਚ 10,000 ਤੋਂ ਜ਼ਿਆਦਾ ਕੇਸ ਇਹ ਮੰਨਿਆ ਜਾ ਰਿਹਾ ਕਿ ਰੋਜ਼ ਸਾਹਮਣੇ ਆਉਣਗੇ, ਜਿਹੜੇ ਅਗਲੇ ਹੋਣਗੇ। 10,000 ਤੋਂ ਜ਼ਿਆਦਾ ਕੇਸ ਰੋਜ਼ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਇਆ ਕਰਨਗੇ। ਇਹ ਮਾਹਰ ਮੰਨ ਰਹੇ ਨੇ, ਜਿਹੜੇ ਇੰਡੀਪੈਂਡੈਂਟ ਮਾਹਰ ਨੇ ਉਹ ਮੰਨ ਰਹੇ ਨੇ ਪੰਜਾਬ ਦੇ ਅੰਦਰ ਕਿ 10,000 ਤੋਂ ਜ਼ਿਆਦਾ ਕੇਸ ਸਾਹਮਣੇ ਆਉਣਗੇ। 8,000 ਤੋਂ 9,000 ਕੇਸ ਹੁਣ ਆ ਰਹੇ ਨੇ ਇਸ ਟਾਈਮ। ਪੰਜਾਬ ਦੀ ਹਾਲਤ ਆ ਜਿਹੜੀ ਇਸ ਟਾਈਮ 8,000 ਤੋਂ 9,000 ਕੇਸ ਤਾਂ ਅੰਕੜਿਆਂ ਦੇ ਮੁਤਾਬਕ, ਜਿਹੜੇ ਅੰਕੜੇ ਜੇ ਆਪਾਂ ਆਫ ਦੀ ਰਿਕਾਰਡ ਪਤਾ ਕਰੀਏ ਪਤਾ ਲੱਗ ਜਾਂਦੇ ਨੇ, ਉਹਨਾਂ ਦੇ ਮੁਤਾਬਕ 8,000 ਤੋਂ 9,000 ਅੰਕੜੇ ਹੋ ਰਹੇ ਨੇ। ਔਰ 150 ਤੋਂ 200 ਮੌਤਾਂ ਰੋਜ਼ ਹੋ ਰਹੀਆਂ ਨੇ। ਉਹੀ ਜੇ ਆਪਾਂ ਗੱਲ ਕਰੀਏ, ਸ਼ਹਿਰਾਂ ਦੇ ਵਿੱਚ ਤਾਂ ਸਿਹਤ ਸਹੂਲਤਾਂ ਵੀ ਵੱਧ ਹੁੰਦੀਆਂ ਨੇ, ਪਰ ਪਿੰਡਾਂ ਦੇ ਵਿੱਚ ਉਹੋ ਜਿਹੀਆਂ ਸਹੂਲਤਾਂ ਨਹੀਂ ਹੁੰਦੀਆਂ। ਜੇਕਰ ਕੋਈ ਜਾਂਦਾ ਵੀ ਹੈ ਤਾਂ ਉਹਨੂੰ ਉੱਦਾਂ ਦੀ ਜਿਹੜੀ ਹੈ ਸਹੂਲਤ ਨਹੀਂ ਦਿੱਤੀ ਜਾਂਦੀ। ਤਾਂ ਪਿੰਡਾਂ ਦਾ ਤਾਂ ਜ਼ਿਆਦਾ ਬੁਰਾ ਹਾਲ ਹੋ ਰਿਹਾ ਨਾ। ਲੋਕ ਕਿਵੇਂ ਉਹਨੂੰ ਸਹੀ ਕਰਨਗੇ ਜਾਂ ਸਰਕਾਰ ਕੀ ਕਰੇਗੀ ਇਸ 'ਤੇ? ਮੈਂ ਉਹੀ ਕਹਿ ਰਿਹਾ ਕਿ 150 ਤੋਂ 200 ਮੌਤਾਂ, ਸ਼ਰਮਨਾਕ ਗੱਲ ਆ ਕਿ ਪੰਜਾਬ ਦੇ ਅੰਦਰ 150 ਤੋਂ 200 ਮੌਤਾਂ ਹੋ ਰਹੀਆਂ ਨੇ। ਔਰ ਉਹ ਮੌਤਾਂ ਦੇ ਲਈ ਜ਼ਿੰਮੇਵਾਰ ਕੌਣ ਆਗਾ? ਇਹ ਕਿਹਾ ਜਾਂਦਾ ਹੈਗਾ ਕਿ ਇੱਕ ਤਾਂ ਕੋਈ ਮਤਲਬ ਜਦੋਂ ਇਸ ਤਰ੍ਹਾਂ ਦੀ ਬਿਮਾਰੀ ਦੇ ਨਾਲ ਜਿਹਦੇ 'ਚ ਤੁਹਾਡੇ ਕੋਲ ਸਿਰਫ ਸਿਸਟਮ ਨਹੀਂ ਹੈਗਾ, ਸਿਰਫ ਤੁਹਾਡੇ ਕੋਲ ਪ੍ਰਬੰਧ ਨਹੀਂ ਹੈਗਾ, ਜੇ ਤੁਹਾਡੇ ਕੋਲ ਹੈਲਥ ਦਾ ਸਿਸਟਮ ਚੰਗਾ ਹੋਵੇ, ਜਿਵੇਂ ਮੈਂ ਜ਼ਿਕਰ ਪਹਿਲਾਂ ਵੀ ਕੀਤਾ ਹੈ, ਪੰਜਾਬ ਦੇ ਅੰਦਰ ਹੈਲਥ ਤੇ ਐਜੂਕੇਸ਼ਨ ਦਾ ਬਜਟ ਲਗਾਤਾਰ ਘਟਦਾ ਆਇਆ ਹੈਗਾ। ਹੈਲਥ ਦਾ ਬਜਟ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ, ਹੈਲਥ ਮੁਲਾਜ਼ਮਾਂ ਨੂੰ ਜਿਸ ਤਰ੍ਹਾਂ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਦੇਖੋ, ਟੀਚਰ ਬਾਰੇ ਤੇ ਹੈਲਥ ਬਾਰੇ, ਡਾਕਟਰ ਬਾਰੇ ਦੋ ਗੱਲਾਂ ਕਈ ਸਾਡੇ ਸਮਾਜ ਦੇ ਸਭ ਤੋਂ ਸਨਮਾਨਜਨਕ ਪੇਸ਼ੇ ਨੇ। ਜੇ ਟੀਚਰ ਤੇ ਇਹੀ ਸਟ੍ਰੈਸ ਰਹੂਗਾ ਕਿ ਮੇਰਾ ਘਰ ਆਰਥਿਕ ਤੌਰ ਤੇ ਚੱਲਦਾ ਜਾਂ ਨਹੀਂ ਚੱਲਦਾ, ਉਹ ਕੀ ਪੜ੍ਹਾਊਗਾ? ਜੇ ਡਾਕਟਰ ਤੇ ਆਰਥਿਕ ਤੌਰ ਤੇ ਸਟ੍ਰੈਸ ਰਹੂਗਾ ਜਾਂ ਹੈਲਥ ਵਿਭਾਗ ਨਾਲ ਕੰਮ ਕਰਨ ਵਾਲੇ ਲੋਕਾਂ ਤੇ ਕਿ ਮੇਰੇ ਘਰ ਦੀ ਹਾਲਤ ਆਰਥਿਕ ਤੌਰ ਤੇ ਠੀਕ ਨਹੀਂ ਆ, ਤਾਂ ਉਹ ਕੀ ਲੋਕਾਂ ਦਾ ਇਲਾਜ ਕਰ ਲੂਗਾ? ਇਹ ਤਾਂ ਉਹੋ ਜਿਹੇ ਪੇਸ਼ੇ ਨੇ, ਟੀਚਰ ਦਾ ਪੇਸ਼ਾ ਤੇ ਡਾਕਟਰ ਦਾ ਜਾਂ ਹੈਲਥ ਡਿਪਾਰਟਮੈਂਟ ਦਾ, ਜਿਹੜਾ ਪੂਰਾ ਇੱਕ ਕੰਸਨਟਰੇਟ ਕਰਕੇ ਤੁਸੀਂ ਕੰਮ ਕਰਨਾ। ਜਦੋਂ ਤੁਸੀਂ ਮਾਨਸਿਕ ਤੌਰ ਤੇ ਉੱਥੇ ਨਹੀਂ ਹੋ ਮਰੀਜ਼ ਕੋਲੇ, ਮਾਨਸਿਕ ਤੌਰ ਤੇ ਤੁਸੀਂ ਘਰੇ ਹੋ ਕਿ ਮੇਰੇ ਆਰਥਿਕ ਸੰਕਟ ਨੇ, ਮੇਰੇ ਬੱਚੇ ਦੀ ਫੀਸ ਦਾ ਕੀ ਬਣੂ, ਮੇਰਾ ਇਹ ਕੀ ਬਣੂ, ਜੇ ਸਾਡੇ ਕੋਈ ਬਿਮਾਰ ਹੋ ਗਿਆ ਉਹਦਾ ਕੀ ਬਣੂ, ਤਾਂ ਸਰਕਾਰਾਂ ਨੂੰ ਹੈਲਥ ਤੇ ਐਜੂਕੇਸ਼ਨ ਤੇ ਬਹੁਤ ਜ਼ਿਆਦਾ ਜ਼ੋਰ ਦੇਣ ਦੀ ਲੋੜ ਆ। ਔਰ ਹੈਲਥ ਤੇ ਐਜੂਕੇਸ਼ਨ ਦਾ ਡਿਕਲਾਈਨ ਇਸ ਦੇਸ਼ ਦੇ ਅੰਦਰ। ਰੱਖਿਆ ਦੇ ਬਜਟ ਇਸ ਦੇਸ਼ 'ਚ ਕੇਂਦਰ ਸਰਕਾਰ ਲਗਾਤਾਰ ਵਧਾਉਂਦੀ ਰਹੀ। ਹਥਿਆਰ ਖਰੀਦ ਲਓ, ਹਥਿਆਰ ਖਰੀਦੋ, ਹਥਿਆਰਾਂ ਨਾਲ ਕੀ ਕਰਨਾ? ਇੱਕ ਦੂਜੇ ਦੀ ਮਾਰਾ ਮਰਾਈ ਹੈ। ਜਿੱਥੇ ਵੀ ਕੋਈ ਮਰਦਾ, ਮਾਂ ਦਾ ਪੁੱਤ ਹੀ ਮਰਦਾ। ਜੇ ਕੋਈ ਚੀਨ 'ਚ ਮਰ ਜੂਗਾ, ਪਾਕਿਸਤਾਨ 'ਚ ਮਰ ਜੂ, ਬਾਰਡਰ ਤੇ ਮਰ ਜੂ, ਭਾਰਤ 'ਚ ਮਰ ਜੂ, ਪੰਜਾਬ 'ਚ ਮਰ ਜੂ, ਕੌਣ ਮਰਦਾ? ਸਭ ਤੋਂ ਪਹਿਲਾਂ ਤਾਂ ਮਾਂ ਦਾ ਪੁੱਤ ਆ ਨਾ ਉਹ ਤਾਂ ਤੁਸੀਂ ਆਪਦੇ ਇੱਕ ਚੰਗੀ ਸਮਝ ਦੇ ਨਾਲ, ਚੰਗੀ ਡਿਪਲੋਮੈਸੀ ਦੇ ਨਾਲ ਜੰਗਾਂ ਯੁੱਧ ਖਤਮ ਕਰ ਸਕਦੇ ਹੋ, ਜਿਹਦੇ ਲਈ ਤੁਸੀਂ ਹਥਿਆਰ ਖਰੀਦਦੇ ਹੋ। ਜੰਗਾਂ ਯੁੱਧਾਂ ਦੇ ਨਾਲ ਕੀ ਹੁੰਦਾ? ਨੁਕਸਾਨ ਹੀ ਹੁੰਦਾ ਨਾ ਦੁਨੀਆ ਦਾ।
ਪਰ ਹੈਲਥ ਤੇ ਐਜੂਕੇਸ਼ਨ ਉਹ ਚੀਜ਼ ਆ, ਜੇ ਉਹੀ ਪੈਸੇ ਤੁਸੀਂ ਕੱਢ ਕੇ, ਜਿਵੇਂ ਯੂਰਪ ਦੇ ਅੰਦਰ ਬਾਰਡਰਾਂ ਦੇ ਉੱਤੇ ਫੌਜਾਂ ਨਹੀਂ ਆ, ਜੇ ਫੌਜਾਂ ਤੇ ਪੈਸੇ ਖਰਚ ਕਰਨ ਦੀ ਥਾਂ ਪੈਸੇ ਤੁਸੀਂ ਕਰੋ ਹੈਲਥ ਦੇ ਉੱਤੇ ਖਰਚ, ਤੁਹਾਡਾ ਸਿਹਤ ਸਿਸਟਮ ਵਧੀਆ ਹੋਵੇ, ਤਾਂ ਇਹ ਹਾਲਾਤ ਨਾ ਬਣ। ਅਸੀਂ ਦੇਖ ਰਹੇ ਹਾਂ ਪਿੰਡਾਂ ਦੇ ਅੰਦਰ ਜਿਹੜੇ ਸਾਨੂੰ ਲੋਕ ਵਿਚਾਰੇ ਕਾਲ ਕਰਦੇ ਹੈਗੇ, ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨੇਗੀਆਂ, ਜਦੋਂ ਕਿਉਂਕਿ ਘਾਸ ਹੁੰਦੀ ਹੈ ਉਹਨਾਂ ਨੂੰ ਲੱਗਦਾ ਇਹ ਪੱਤਰਕਾਰ ਨੇ, ਇਹਨਾਂ ਦੀ ਵੀ ਪਹੁੰਚ ਆਈ ਵੀ ਕਹਿ ਦੇਣਗੇ। ਲੋਕਾਂ ਦਾ ਬਹੁਤ ਬੁਰਾ ਹਾਲ ਆ ਵਿਚਾਰਿਆਂ ਦਾ ਪਿੰਡਾਂ 'ਚ। ਪਿੰਡਾਂ ਦੇ ਜਿਹੜੇ ਆਮ ਲੋਕ ਨੇ, ਗਰੀਬ ਲੋਕ ਨੇ, ਡਰੇ ਹੋਏ ਨੇ, ਟੈਸਟ ਨਹੀਂ ਕਰਵਾ ਰਹੇ, ਜਿਹੜੇ ਟੈਸਟ ਕਰਾਉਣਾ ਚਾਹੁੰਦੇ ਆ ਉਹਨਾਂ ਲਈ ਸਮੱਸਿਆਵਾਂ ਆ ਰਹੀਆਂ ਨੇ। ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਸ ਤਰੀਕੇ ਦਾ ਸਿਹਤ ਸਹੂਲਤ ਮਿਲਣੀ ਚਾਹੀਦੀ ਹੈ, ਜਿਹੜਾ ਬੁਨਿਆਦੀ ਹੱਕ ਆ, ਮਨੁੱਖੀ ਅਧਿਕਾਰ ਆ, ਸਿਹਤ ਸਹੂਲਤ ਮਿਲਣਾ ਇੱਕ ਮਨੁੱਖੀ ਅਧਿਕਾਰ ਆ, ਇੱਕ ਹਿਊਮਨ ਰਾਈਟ ਆ, ਉਹ ਹਿਊਮਨ ਰਾਈਟ ਤੋਂ ਵਾਂਝੇ ਕੀਤਾ ਜਾ ਰਿਹਾ ਹੈਗਾ ਇੱਕ ਆਮ ਬੰਦੇ ਨੂੰ। ਕੋਈ ਆਪਾਂ ਜੇ ਗੱਲ ਕਰੀਏ, ਪੰਜਾਬ ਦੀ ਅੱਧੀ ਤੋਂ ਵੱਧ ਆਬਾਦੀ ਪਿੰਡਾਂ ਦੇ ਵਿੱਚ ਰਹਿੰਦੀ ਹੋਏਗੀ, ਫਿਰ ਵੀ ਸਿਹਤ ਸਹੂਲਤਾਂ ਜਿਹੜੀਆਂ ਨਹੀਂ ਮਿਲ ਪਾਉਂਦੀਆਂ, ਪਿੰਡ ਜਿਹੜੇ ਕਬਰਗਾ ਬਣ ਰਹੇ ਨੇ। ਨਹੀਂ, ਉਹੀ ਗੱਲ ਆ, ਜਦੋਂ ਪਿੰਡਾਂ ਤੋਂ ਸ਼ਹਿਰਾਂ ਨੂੰ ਆਬਾਦੀ ਦਾ ਮੂਵ ਹੋਇਆ, ਸ਼ਹਿਰ ਵੱਡੇ ਹੋਣ ਲੱਗੇ, ਸਾਰੀ ਦੀ ਸਾਰੀ ਇਨਵੈਸਟਮੈਂਟ ਤੁਸੀਂ ਕਿੱਥੇ ਕਰਦੇ ਹੋ? ਸ਼ਹਿਰਾਂ 'ਚ ਕਰਦੇ ਹੋ। ਹਾਲਾਂਕਿ ਸ਼ਹਿਰਾਂ ਦਾ ਵੀ ਬੁਰਾ ਹਾਲ ਆ, ਦਿੱਲੀ ਵਰਗੀ ਰਾਜਧਾਨੀ ਦਾ, ਕਿਉਂਕਿ ਉੱਥੇ ਪਾਪੂਲੇਸ਼ਨ ਉਸ ਹਿਸਾਬ ਨਾਲ ਆ ਜਾਂਦੀ ਹੈਗੀ। ਪਰ ਜੇ ਤੁਸੀਂ ਕਿਤੇ ਪ੍ਰਬੰਧ ਉਸੇ ਤਰੀਕੇ ਨਾਲ ਰੱਖੋ ਕਿ ਮੂਵ ਹੋਣਾ ਹੁੰਦਾ ਹੈਗਾ, ਜਦੋਂ ਇੰਡਸਟਰੀਲਾਈਜੇਸ਼ਨ ਹੁੰਦਾ ਹੈਗਾ, ਜਦੋਂ ਸਨਅਤੀਕਰਨ ਹੁੰਦਾ, ਇੰਡਸਟਰੀ ਆਉਂਦੀ ਹੈ, ਪਿੰਡਾਂ ਤੋਂ ਲੋਕਾਂ ਨੇ ਸ਼ਹਿਰਾਂ 'ਚ ਆਉਣਾ ਹੁੰਦਾ, ਕਿਉਂਕਿ ਸ਼ਹਿਰਾਂ 'ਚ ਰੁਜ਼ਗਾਰ ਦੇ ਮੌਕੇ ਜ਼ਿਆਦਾ ਹੁੰਦੇ ਨੇ। ਪਰ ਜੇ ਤੁਸੀਂ ਪਿੰਡਾਂ ਤੱਕ ਵੀ ਉਹਨਾਂ ਰੁਜ਼ਗਾਰ ਦੇ ਮੌਕਿਆਂ ਨੂੰ ਲੈ ਕੇ ਚਲੇ ਜਾਵੋ, ਜੇ ਤੁਸੀਂ ਪਿੰਡਾਂ ਤੱਕ ਵੀ ਉਹ ਰੁਜ਼ਗਾਰ ਦੇ ਮੌਕਿਆਂ ਨੂੰ ਲੈ ਕੇ ਜਾਵੋ, ਜੇ ਪਿੰਡਾਂ 'ਚ ਵੀ ਚੰਗੇ ਹਸਪਤਾਲ ਹੋਣ, ਮਤਲਬ ਸਰਕਾਰੀ ਹੋਣ, ਜੇ ਪਿੰਡਾਂ 'ਚ ਵੀ ਚੰਗੇ ਸਕੂਲ ਹੋਣ, ਜੇ ਪਿੰਡਾਂ ਦਾ ਸਿਹਤ ਸਿਸਟਮ ਵੀ ਚੰਗਾ ਹੋਵੇ, ਤਾਂ ਕਿਸੇ ਦੀ ਪਿੰਡੋਂ ਚੰਡੀਗੜ੍ਹ ਲਿਆਉਣ ਤੱਕ ਮੌਤ ਨਹੀਂ ਹੋਊਗੀ। ਅਸੀਂ ਬਹੁਤ ਸਾਰੀਆਂ ਮੌਤਾਂ ਦੇਖੀਆਂ ਨੇ ਆਪਣੀਆਂ ਰਿਸ਼ਤੇਦਾਰੀਆਂ 'ਚ, ਆਪਣੇ ਪਰਿਵਾਰਾਂ 'ਚ, ਆਪਣੇ ਬਹੁਤ ਸਾਰੀਆਂ ਥਾਵਾਂ 'ਤੇ, ਜਿਨ੍ਹਾਂ ਨੂੰ ਸਿਰਫ ਕੋਈ ਚੀਜ਼ ਵਾਪਰੀ ਤੇ ਜਿਨ੍ਹਾਂ ਨੂੰ ਬਰਨਾਲਿਓਂ, ਬਠਿੰਡਿਓਂ ਚੰਡੀਗੜ੍ਹ ਲਿਆਉਂਦਿਆਂ ਉਹਨਾਂ ਦੀ ਰਾਹ 'ਚ ਐਂਬੂਲੈਂਸ 'ਚ ਮੌਤ ਹੋ ਗਈ। ਤਾਂ ਕਿਉਂ ਹੋਈ ਉਹ ਮੌਤ? ਕਿਉਂਕਿ ਤੁਸੀਂ ਉਹਨਾਂ ਨੂੰ ਸਾਂਭਿਆ ਨਹੀਂ ਗਾ। ਜੇ ਉੱਥੇ ਪ੍ਰਬੰਧ ਉਸ ਤਰ੍ਹਾਂ ਦੇ ਹੋਣ, ਜਿਹੜੇ ਖਰਚੇ ਤੁਸੀਂ ਇਲੈਕਸ਼ਨਾਂ ਦੇ ਉੱਤੇ ਐਡੇ ਐਡੇ ਬਜਟ ਰੱਖਦੇ ਹੋ, ਸਰਕਾਰਾਂ ਦੇ ਵੱਡੇ ਵੱਡੇ ਬਜਟ ਨੇ ਹਰ ਚੀਜ਼ ਦੇ ਲਈ, ਜੇ ਉਹ ਪੈਸੇ ਪੋਲੀਟੀਕਲ ਕਲਾਸ ਜਿਹੜੀ ਹੋਰ ਚੀਜ਼ਾਂ ਤੇ ਖਰਚ ਕਰਦੀ ਹੈ, ਹੁਣ ਕਹਿੰਦੇ ਆ ਸਾਰੇ ਇਕੱਠੇ ਹੋ ਜਾਓ, ਹੁਣ ਪੋਲੀਟਿਕਸ ਨਾ ਕਰੋ। ਪੋਲੀਟਿਕਸ ਕਰਨ 'ਚ ਕੋਈ ਸਮੱਸਿਆ ਨਹੀਂ ਹੈ। ਉਹੀ ਹੁਣ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਲੱਗ ਰਹੀ ਹੈ, ਕੇਂਦਰ ਸੂਬੇ ਤੇ, ਸੂਬੇ ਜਿਹੜਾ ਕੇਂਦਰ ਤੇ। ਰਾਜਨੀਤੀ ਕਰਨ ਦਾ ਮਤਲਬ ਕੀ ਹੈ? ਰਾਜਨੀਤੀ ਲੋਕਾਂ ਲਈ ਕਰੋ। ਰਾਜਨੀਤੀ ਜਿਹੜਾ ਸ਼ਬਦ ਆ ਨਾ ਜੀ, ਰਾਜਨੀਤੀ ਨਾ ਕਰੋ। ਰਾਜਨੀਤੀ ਕਿਉਂ ਨਾ ਕਰੋ? ਰਾਜਨੀਤੀ ਕਰੋ ਰੱਜ ਰੱਜ ਕੇ ਕਰੋ। ਰਾਜਨੀਤੀ ਆਪਣੇ ਲੋਕਾਂ ਲਈ ਕਰੋ, ਆਪਣੇ ਘਰ ਭਰਨ ਲਈ ਨਾ ਕਰੋ, ਆਪਣੇ ਕੁਛ ਮੰਡਲ ਨੂੰ ਖੁਸ਼ ਕਰਨ ਲਈ ਨਾ ਕਰੋ, ਆਪਣਾ ਮਾਫੀਆ ਚਲਾਉਣ ਲਈ ਨਾ ਕਰੋ, ਆਪਣੀਆਂ ਪ੍ਰਾਪਰਟੀਆਂ ਬੁਲਾਉਣ ਲਈ ਨਾ ਕਰੋ, ਆਪਣੇ ਬਿਜ਼ਨਸ ਖੜੇ ਕਰਨ ਲਈ ਰਾਜਨੀਤੀ ਨਾ ਕਰੋ। ਰਾਜਨੀਤੀ ਕਰੋ ਲੋਕਾਂ ਲਈ, ਆਪਣੇ ਸਭ ਤੋਂ ਗਰੀਬ ਲੋਕਾਂ ਲਈ ਰਾਜਨੀਤੀ ਕਰੋ। ਕੋਈ ਨਹੀਂ ਰੋਕੂ ਤੁਹਾਨੂੰ। ਜੋ ਤੁਸੀਂ ਰਾਜਨੀਤੀ ਕਰੋਗੇ, ਪੂਰਾ ਰਾਜਨੀਤਿਕ ਗੱਲ ਕਰੋਗੇ ਲੋਕਾਂ ਨੂੰ ਜਾ ਕੇ, ਪਰ ਕਰੋਗੇ ਲੋਕਾਂ ਦੇ ਪੱਖ ਦੀ। ਪਰ ਸਾਡੀ ਇਤਰਾਜ਼ਦੀ ਹੈ ਕਿ ਰਾਜਨੀਤੀ ਇੱਥੇ ਲੋਕਾਂ ਲਈ ਨਹੀਂ ਹੁੰਦੀ। ਰਾਜਨੀਤੀ ਇੱਥੇ ਹੁੰਦੀ ਹੈ ਕੁਝ ਘਰਾਣਿਆਂ ਲਈ ਹੋ ਜੂ, ਕੁਝ ਘਰਾਂ ਲਈ ਹੋ ਜੂ, ਕੁਝ ਕਲਾਸ ਲਈ ਹੋ ਜੂ। ਜੇ ਮੈਂ ਇਹ ਕਿਉਂ ਬੈਲੈਂਸ ਨਹੀਂ ਬਣਦਾ ਇਸ ਦੇਸ਼ ਦੇ ਅੰਦਰ, ਇਹ ਬੈਲੈਂਸ ਕਿਉਂ ਨਹੀਂ ਬਣਦਾ? ਤੁਸੀਂ ਬਾਕੀ ਮੁਲਕਾਂ 'ਚ ਦੇਖੋ, ਕਿਸੇ ਪਿੰਡ 'ਚੋਂ ਕਿਸੇ ਇੱਕ ਬੱਚੇ ਨੇ ਵੀ ਆਉਣਾ ਹੋਵੇ, ਉੱਥੇ ਉਹ ਸਾਧਨ ਹੋਣਗੇ। ਕਿਸੇ ਪਿੰਡ 'ਚ 5 ਬੰਦੇ ਵੀ ਰਹਿੰਦੇ ਹੋਣਗੇ, ਤੁਸੀਂ ਦੇਖ ਲਓ ਯੂਰਪ ਦੇ ਪਿੰਡ ਚੱਕ ਕੇ, ਜਿੱਥੇ ਬਹੁਤ ਘੱਟ ਬੱਚੇ ਨੇ, ਜਿੱਥੇ ਬੱਚੇ, ਉੱਥੇ ਵੀ ਹਸਪੀਟਲ ਹੋਊਗਾ। ਇੱਥੇ ਕਿਉਂ ਨਹੀਂ ਆ? ਇੱਥੇ ਪਿੰਡਾਂ ਦੇ ਅੰਦਰ ਖੋਲ੍ਹ ਦੇਣਗੇ ਡਿਸਪੈਂਸਰੀਆਂ, ਉਹਨਾਂ ਦਾ ਹਾਲ ਦੇਖ ਲਓ। ਉਹ ਡਿਸਪੈਂਸਰੀਆਂ ਦਾ ਇੰਨਾ ਬੁਰਾ ਹਾਲ ਹੁੰਦਾ ਹੈ ਕਿ ਉੱਥੇ ਪ੍ਰਬੰਧ ਨਹੀਂ, ਡਾਕਟਰ ਉੱਥੇ ਜਾਣ ਨੂੰ ਤਿਆਰ ਨਹੀਂ। ਜੇ ਤੁਸੀਂ ਇੰਨਾ ਵਧੀਆ ਸਿਸਟਮ ਪਿੰਡਾਂ 'ਚ ਵੀ ਬਣਾ ਦੋਗੇ, ਪਿੰਡਾਂ 'ਚੋਂ ਸੌਕਾਂ ਦੀ ਜਿਹੜਾ ਸ਼ਹਿਰਾਂ 'ਤੇ ਆ ਕੇ ਬੋਝ ਪੈਂਦਾ, ਹੁਣ ਪੀਜੀਆਈ ਭਰੀ ਪਈ ਹੈ, ਹਸਪਤਾਲ ਸਾਡਿਆਂ 'ਤੇ ਬੋਝ ਆਗਾ, ਨੌਕਰੀਆਂ ਦਾ ਵੀ ਇਹ ਹੁੰਦਾ। ਜੇ ਰੁਜ਼ਗਾਰ ਦੇ ਸਾਧਨ ਵੀ ਪਿੰਡਾਂ 'ਚ ਹੋਣ, ਸਿਹਤ ਸਹੂਲਤਾਂ ਵੀ ਚੰਗੀਆਂ ਪਿੰਡਾਂ 'ਚ ਹੋਣ, ਜੇ ਸਭ ਕੁਝ ਉੱਥੇ ਹੋਵੇ, ਤਾਂ ਕਿਉਂ ਰੁਜ਼ਗਾਰ ਦੇ ਲਈ ਲੋਕ ਭੱਜ ਕੇ ਬਾਹਰ ਵੀ ਜਾਣਗੇ? ਜੇ ਪੰਜਾਬ ਦੇ ਅੰਦਰ ਰੁਜ਼ਗਾਰ ਦੇ ਵਧੀਆ ਮੌਕੇ ਹੋਣ, ਬੰਦੇ ਨੂੰ ਆਪਣੀ ਕੈਪੇਬਿਲਿਟੀ ਮੁਤਾਬਕ ਮਿਲੇ, ਤਾਂ ਰਹਿਣ ਲੋਕ ਇੱਥੇ। ਜੇ ਪਿੰਡਾਂ ਦੇ ਅੰਦਰ ਰੁਜ਼ਗਾਰ ਦੇ ਚੰਗੇ ਮੌਕੇ ਹੋਣ, ਤਾਂ ਲੋਕ ਰਹਿ ਪੈਣਗੇ। ਪਰ ਇਹ ਤਰਾਸਦੀ ਹੈ ਸਾਡੇ ਸਿਸਟਮ ਦੀ ਕਿ ਇੱਥੇ ਜਿਹੜਾ ਮੈਂ ਗੱਲ ਕਹਿ ਰਿਹਾ ਕਿ ਉਰੇ 70s ਤੋਂ ਬਾਅਦ, 90s ਤੋਂ ਬਾਅਦ ਜਿਹੜੀਆਂ ਖਾਸ ਤੌਰ 'ਤੇ ਨਿਊ ਇਕਨੋਮਿਕ ਪਾਲਿਸੀਆਂ ਆਈਆਂ, ਜਿਹੜਾ ਪੂਰਾ ਮਾਡਲ ਆਇਆ ਆਰਥਿਕਤਾ ਦਾ, ਉਸ ਮਾਡਲ ਦੇ ਆਉਣ ਤੋਂ ਬਾਅਦ ਬੇੜਾ ਗਰਕ ਇੱਥੇ ਕੀਤਾ ਗਿਆ ਸਿਹਤ ਦਾ, ਸਿੱਖਿਆ ਦਾ। ਜਾਣ ਬੁੱਝ ਕੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਜਨਤਕ ਸਿਸਟਮ ਨੂੰ, ਜਿਹੜਾ ਲੋਕਾਂ ਦਾ ਸੀ, ਸਰਕਾਰ ਦਾ ਸੀ, ਜਿਹਦੇ ਲਈ ਸਰਕਾਰਾਂ ਨੇ ਜਿਹੜੀਆਂ ਉਹ ਜ਼ਿੰਮੇਵਾਰ ਨੇ। ਸਰਕਾਰਾਂ ਦੀਆਂ ਨੀਤੀਆਂ ਇਸ ਤਰ੍ਹਾਂ ਦੀਆਂ ਬਣੀਆਂ ਜਿਹੜੀਆਂ ਪ੍ਰੋ ਪੀਪਲ ਨਹੀਂ ਸੀ, ਜਿਹੜੀਆਂ ਪ੍ਰੋ ਨੇਚਰ ਨਹੀਂ ਸੀ, ਜਿਹੜੀਆਂ ਪ੍ਰੋ ਪੰਜਾਬ ਨਹੀਂ ਸੀ, ਜਿਹੜੀਆਂ ਪ੍ਰੋ ਦੇਸ਼ ਨਹੀਂ ਸੀ। ਜੇ ਉਹ ਲੋਕ ਪੱਖੀ ਹੁੰਦੀਆਂ, ਪ੍ਰੋ ਦਾ ਮਤਲਬ ਪੱਖੀ, ਜੇ ਉਹ ਪੱਖੀ ਹੁੰਦੀਆਂ ਲੋਕਾਂ ਦੇ, ਤਾਂ ਹਮੇਸ਼ਾ
ਉਹ ਚੀਜ਼ਾਂ ਲੋਕਾਂ ਦੇ ਲਈ ਖੜੀਆਂ ਰਹਿੰਦੀਆਂ। ਜਿਸ ਤਰੀਕੇ ਨਾਲ ਤਬਾਹ ਕੀਤਾ ਇਹਨਾਂ ਨੇ ਸਾਰਾ ਸਿਸਟਮ, ਉਹਦੇ 'ਚੋਂ ਇਹ ਸਾਰੇ ਕ੍ਰਾਈਸਿਸ ਨਿਕਲ ਕੇ ਆ ਰਿਹਾ। ਉਹਦੇ 'ਚ ਇਹ ਸਭ ਤੋਂ ਵੱਡਾ ਸੰਕਟ ਨਿਕਲ ਕੇ ਆ ਰਿਹਾ, ਜਿਸ ਸੰਕਟ ਦੇ ਨਾਲ ਵਿਚਾਰੇ ਲੋਕ ਮਰ ਰਹੇ ਨੇ। ਅੱਜ ਪੂਰੀ ਦੁਨੀਆ 'ਚ ਕਿਹਾ ਜਾ ਰਿਹਾ, ਇੰਟਰਨੈਸ਼ਨਲ ਮੀਡੀਆ ਕਹਿ ਰਿਹਾ ਭਾਰਤ 'ਚ ਅੰਕੜੇ ਲੁਕੋਏ ਜਾ ਰਹੇ ਨੇ, ਤੇ ਅੰਕੜੇ ਇਕੱਲੇ ਦਿੱਲੀ 'ਚ ਥੋੜ੍ਹੀ ਲੁਕੋਏ ਜਾ ਰਹੇ ਹੋਣਗੇ, ਬਾਕੀ ਸੂਬਿਆਂ 'ਚ, ਕਿਉਂਕਿ ਸੈਂਟਰ ਚਲਾਉਂਦਾ ਸਾਰੀਆਂ ਚੀਜ਼ਾਂ ਨੂੰ। ਅੱਜ ਜਦੋਂ ਪੂਰੀ ਦੁਨੀਆ 'ਚ ਬਦਨਾਮੀ ਹੋ ਰਹੀ ਹੈ, ਪੂਰੀ ਦੁਨੀਆ ਮਦਦ ਕਿਸ ਕਰਕੇ ਕਰ ਰਹੀ ਹੈ? ਭਾਰਤ ਦੀ ਇਸ ਕਰਕੇ ਕਰ ਰਹੀ ਹੈ ਕਿ ਇੱਥੋਂ ਕਰੋਨਾ ਫੈਲ ਕੇ ਸਾਡੇ ਮੁਲਕਾਂ 'ਚ ਨਾ ਆ ਜੇ। ਇੱਕ ਪਾਸੇ ਤੁਸੀਂ ਵਰਲਡ ਪਾਵਰ ਦੀ ਗੱਲ ਕਰਦੇ ਸੀ ਕਿ ਅਸੀਂ ਵਰਲਡ ਪਾਵਰ ਬਣ ਜਾ ਰਹੇ ਹਾਂ, ਇੱਕ ਪਾਸੇ ਪੰਜਾਬ ਦੀ ਜਦੋਂ ਗੱਲ ਹੁੰਦੀ ਹੈ, ਇੰਨੀ ਵੱਡੀ ਗੱਲ ਹੁੰਦੀ ਹੈ ਕਿ ਪੰਜਾਬ ਇਹ ਕਰ ਦੇਗਾ, ਪੰਜਾਬ 'ਚ ਐਂ ਕਰਾਂਗੇ, ਪੰਜਾਬ ਨੂੰ ਐਂ ਬਣਾ ਦਾਂਗੇ। ਦੂਜੇ ਪਾਸੇ ਪੰਜਾਬ ਦਾ ਕੀ ਹਾਲ ਹੈਗਾ? ਉਹੀ ਲੋਕ ਤਾਂ ਨਾਰਮਲ ਹਾਲਾਤਾਂ ਦੇ ਵਿੱਚ ਵੀ ਸਿਵਲ ਹਸਪਤਾਲ ਜਾਣ ਤੋਂ ਗੁਰੇਜ਼ ਕਰਦੇ ਆ ਕਿ ਉੱਥੇ ਸਹੂਲਤਾਂ ਨਹੀਂ ਮਿਲਣੀਆਂ। ਹੁਣ ਤਾਂ ਬਹੁਤ ਵੱਡਾ ਇੱਕ ਸੰਕਟ ਹੈ। ਦੇਖੋ, ਨਾਅਰਿਆਂ ਨਾਲ ਤੇ ਸਲੋਗਨਾਂ ਨਾਲ ਕਦੇ ਦੇਸ਼ ਨਹੀਂ ਬਦਲਦਾ ਹੁੰਦਾ। ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਸਾਰਾ ਪੰਜਾਬ ਕੇਜਰੀਵਾਲ, ਇਹ ਨਾਅਰਿਆਂ ਨਾਲ ਪੰਜਾਬ ਨਹੀਂ ਬਦਲਣਾ, ਜਾਂ ਰਾਜਨੀਤੀ ਸੇਵਾ ਦੇ ਨਾਅਰੇ ਨਾਲ ਪੰਜਾਬ ਨਹੀਂ ਬਦਲਣਾ। ਪੰਜਾਬ ਪ੍ਰੈਕਟੀਕਲੀ ਬਦਲਣਾ। ਤੁਹਾਡੀ ਇੱਕ ਵਿਲ ਪਾਵਰ ਚਾਹੀਦੀ ਹੈ, ਤੁਹਾਡੇ 'ਚ ਬੁਨਿਆਦੀ ਇਮਾਨਦਾਰੀ ਚਾਹੀਦੀ ਹੈ। ਬੁਨਿਆਦੀ ਤੌਰ 'ਤੇ ਤਾਂ ਇਮਾਨਦਾਰ ਹੋ ਜਾਓ, ਇਮਾਨਦਾਰੀ ਚਾਹੀਦੀ ਹੈ, ਵਿਲ ਪਾਵਰ ਚਾਹੀਦੀ ਹੈ। ਯਾਰ ਸਾਡਾ ਪੰਜਾਬ ਆ, ਸਾਡੇ ਲੋਕ ਨੇ। ਹਰ ਇੱਕ ਮਰਨ ਵਾਲੇ ਬੰਦੇ ਦਾ ਜਦੋਂ ਤੱਕ ਦੁੱਖ ਨਹੀਂ ਹੋਊਗਾ ਤੁਹਾਨੂੰ ਕਿ ਕੋਈ ਪਿੰਡ 'ਚ ਬੰਦਾ ਮਰ ਰਿਹਾ, ਉਹ ਸਾਡਾ ਯਾਰ, ਉਹ ਸਾਡਾ ਪੰਜਾਬੀ ਹੈ, ਉਹ ਸਾਡਾ ਸ਼ਹਿਰੀ ਹੈ, ਉਹ ਸਾਡੇ ਲੋਕ ਨੇ। ਇਹਨਾਂ ਲੋਕਾਂ ਦੀ ਤਾਂ ਜਿਹੜੀ ਸੈਂਸਿਟੀਵਿਟੀ ਖਤਮ ਹੋ ਗਈ ਇਸ ਲੈਵਲ 'ਤੇ ਕਿ ਇਹ ਸਮਝਦੇ ਹੋਣ ਕਿ ਸਾਡੇ ਲੋਕ ਮਰ ਰਹੇ ਆ, ਕਿਉਂਕਿ ਇਹਨਾਂ ਨੂੰ ਲੱਗਦਾ ਸਾਰੇ ਕਾਸੇ ਸਾਡੀ ਰਾਜਨੀਤੀ ਇੰਪੋਰਟੈਂਟ ਆ। ਇਸੇ ਕਰਕੇ ਇਸ ਮੁਲਕ ਦਾ ਹਾਲ ਅਸੀਂ ਦੇਖ ਰਹੇ ਹਾਂ, ਪੰਜਾਬ ਦਾ ਹਾਲ ਦੇਖ ਰਹੇ ਹਾਂ ਅਸੀਂ। ਬਹੁਤ ਬੁਰੇ ਹਾਲਾਤ ਵੱਲ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਅੰਦਰ ਪੰਜਾਬ 'ਚ ਹਾਲਾਤ ਹੋਰ ਮਾੜੇ ਹੋਣ ਜਾ ਰਹੇ ਨੇ। ਹੁਣ ਵੀ ਪੰਜਾਬ ਦੇ ਹਾਲਾਤ ਕੋਈ ਬਿਹਤਰ ਨਹੀਂ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਰਕਾਰਾਂ ਨੂੰ ਇਮਾਨਦਾਰੀ ਦੇ ਨਾਲ, ਬੁਨਿਆਦੀ ਇਮਾਨਦਾਰੀ ਆਪਣੇ 'ਚ ਲੈ ਕੇ ਆਉਣੀ ਚਾਹੀਦੀ ਹੈ। ਇਸ ਪ੍ਰਬੰਧ ਨੂੰ ਠੀਕ ਕਰਨ ਦੀ ਲੋੜ ਆ। ਇਹ ਨਹੀਂ ਕਿ ਇੱਕ ਸੰਕਟ ਨਿਕਲ ਗਿਆ ਫਿਰ ਬਹਿ ਗਏ। ਪਿਛਲੀ ਵਾਰ ਕਰੋਨਾ ਜਦੋਂ ਆਇਆ ਸੀ, ਸਾਰਾ ਕੁਝ ਹੋ ਗਿਆ ਸੀ, ਉਦੋਂ ਬਾਅਦ ਪ੍ਰਬੰਧ ਕਰ ਲੈਂਦੇ। ਹਾਲਾਤ ਤੁਹਾਡੇ ਆਏ, ਤੁਹਾਡੇ ਕੋਲ ਕਿਹਾ ਗਿਆ ਆਕਸੀਜਨ ਸੀ ਨਹੀਂ ਕਿ ਦੂਜੀ ਲਹਿਰ ਵੀ ਆਉਣੀ ਹੈ, ਤਾਂ ਫਿਰ ਤਿਆਰੀ ਫਿਰ ਵੀ ਨਹੀਂ ਕੀਤੀ। ਰੈਲੀਆਂ ਤੇ ਜ਼ੋਰ, ਕੇਜਰੀਵਾਲ ਬਾਘਾ ਪੁਰਾਣੇ ਰੈਲੀ ਕਰ ਰਹੇ ਨੇ, ਕੈਪਟਨ ਆਪਣਾ ਤਾਮ-ਝਾਮ, ਕੈਪਟਨ ਦੀਆਂ ਆਪਣਾ ਚੱਲ ਰਿਹਾ ਸਿਸਟਮ, ਜਾਂ ਕਹੀਏ ਕਾਂਗਰਸ ਦਾ ਸੁਖਬੀਰ ਬਾਦਲ ਹੋਰੀ ਆਪਣੀਆਂ ਰੈਲੀਆਂ ਕਰ ਰਹੇ ਸੀ। ਸਾਰੀ ਪੋਲੀਟੀਕਲ ਕਲਾਸ। ਤਾਂ ਕੀ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਹੋਣੀ ਚਾਹੀਦੀ ਕਿ ਨਹੀਂ ਭਾਈ, ਅਸੀਂ ਚੀਜ਼ਾਂ ਬਚਾਉਣੀਆਂ ਨੇ, ਸਾਡਾ ਪੰਜਾਬ ਆ, ਬਚਾਵਾਂਗੇ। ਤੁਸੀਂ ਰਾਜਨੀਤੀ ਤਾਂ ਕਰੋਗੇ ਜੇ ਪੰਜਾਬ ਬਚੂਗਾ। ਜੇ ਪੰਜਾਬ ਹੀ ਬਰਬਾਦ ਹੋ ਗਿਆ, ਪੰਜਾਬ ਹੀ ਤਬਾਹ ਹੋ ਗਿਆ, ਜਿਹਦੇ 'ਚ ਤਬਾਹ ਕਰਨ ਵਾਲੀਆਂ ਕੋਸ਼ਿਸ਼ਾਂ ਤੁਸੀਂ ਨਹੀਂ ਛੱਡਦੇ, ਤਾਂ ਫਿਰ ਅੱਗੇ ਚੀਜ਼ਾਂ ਕਿਸ ਤਰੀਕੇ ਨਾਲ ਜਾਣਗੀਆਂ? ਇਹ ਚੀਜ਼ਾਂ ਬਹੁਤ ਸ਼ਰਮਨਾਕ ਨੇ। ਸਰਕਾਰਾਂ ਨੂੰ ਇਮਾਨਦਾਰੀ ਦੇ ਨਾਲ ਸਿਹਤ ਸਿੱਖਿਆ ਦੇ ਬੁਨਿਆਦੀ ਢਾਂਚੇ 'ਚ ਤਬਦੀਲੀਆਂ ਲਿਆਉਣ ਦੀ ਲੋੜ ਆ। ਬੁਨਿਆਦੀ ਢਾਂਚਾ ਬਦਲੇ ਤਾਂ ਹੀ ਪੰਜਾਬ ਬਿਹਤਰ ਹੋਏਗਾ। ਜੀ, ਮੇਰਾ ਛੋਟਾ ਜਿਹਾ ਸਵਾਲ, ਕੀ ਲੱਗਦਾ ਕਿ ਤੁਹਾਨੂੰ ਕਰੋਨਾ ਦੇ ਪਿੱਛੇ ਵੀ ਕੋਈ ਮਾਫੀਆ ਜਾਂ ਕੋਈ ਵੱਡਾ ਮੈਡੀਕਲ ਸਕੈਮ ਆ? ਬਹੁਤ ਸਾਰਾ ਕੁਝ ਹੋ ਰਿਹਾ ਹੈਗਾ। ਕਾਲਾ ਬਾਜ਼ਾਰੀ, ਸੈਨੀਟਾਈਜ਼ਰ ਦੇ ਨਾਂ ਦੇ ਉੱਤੇ ਲੋਕਾਂ ਨੇ ਕਰੋੜਾਂ ਰੁਪਏ ਕਮਾ ਲਏ ਸੈਟਿੰਗਾਂ ਕਰ ਕਰਕੇ। ਹਰ ਲੋਕਾਂ ਦੇ ਮਨਾਂ 'ਚ ਹੀ ਭਰ ਦਿੱਤਾ ਕਿ ਸੈਨੀਟਾਈਜ਼ਰ ਵਰਤਣਾ ਹੀ ਵਰਤਣਾ। ਹਰ ਸੰਕਟ ਨੂੰ ਮੌਕਾ ਬਣਾਇਆ। ਮੌਕਾ ਪ੍ਰਸਤੀ, ਯਾਨੀ ਹਰ ਕ੍ਰਾਈਸਿਸ 'ਚੋਂ ਮੌਕੇ ਲੱਭ ਲੈਣੇ। ਇਹ ਸ਼ਰਮਨਾਕ ਗੱਲ ਆ। ਇਹ ਕ੍ਰਾਈਸਿਸ ਆ। ਤੁਸੀਂ ਕ੍ਰਾਈਸਿਸ ਦੇ ਅੰਦਰ ਵੀ ਸਰਕਾਰਾਂ ਮਿਲ ਕੇ ਮਾਫੀਆ ਦੇ ਨਾਲ, ਜਿਹੜਾ ਵੱਖ-ਵੱਖ ਤਰ੍ਹਾਂ ਦਾ ਮਾਫੀਆ, ਜਿਹੜੇ ਹੁਣ ਟੀਕੇ ਵੇਚਣ ਤੋਂ ਲੈ ਕੇ ਸਾਨੂੰ ਪਤਾ ਲੱਗ ਰਿਹਾ ਕਿ ਕਿਸ ਤਰੀਕੇ ਨਾਲ ਜਿਹੜੀ ਵੈਕਸੀਨ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ 'ਚ ਗੜਬੜਾਂ ਹੋ ਰਹੀਆਂ ਨੇ। ਦੇਸ਼ ਸਾਹਮਣੇ ਆ ਰਹੀਆਂ ਬਹੁਤ ਸਾਰੀਆਂ ਖਬਰਾਂ ਇਸ ਤਰ੍ਹਾਂ ਦੀਆਂ। ਐਂਬੂਲੈਂਸਾਂ 'ਚ ਬਿਹਾਰ 'ਚ ਅਸੀਂ ਖਬਰ ਦੇਖੀ ਆ ਕੀ ਨਹੀਂ ਹੋ ਰਿਹਾ, ਕਿਉਂਕਿ ਐਂਬੂਲੈਂਸਾਂ 'ਚ ਇੰਨੇ ਪੈਸੇ ਲੈ ਰਹੇ ਨੇ। ਇਸ ਕਰਕੇ ਸ਼ਰਮਨਾਕ ਗੱਲ ਆ ਜੇ ਮਾਫੀਆ ਚੱਲ ਰਿਹਾ। ਸ਼ਰਮਨਾਕ ਉਹਨਾਂ ਲੋਕਾਂ ਦੇ ਲਈ ਜਿਹੜੇ ਪੰਜਾਬ ਪ੍ਰਤੀ ਇੰਨੇ ਇਮਾਨਦਾਰ ਨਹੀਂ ਆ। ਉਹਨਾਂ ਨੂੰ ਪੰਜਾਬ ਦੇ ਨਾਲ ਜਿਹੜੇ ਕੋਈ ਵੀ ਜਿਹੜਾ ਗੜਬੜ ਕਰ ਰਿਹਾ, ਉਹ ਕੋਈ ਵੀ ਹੋ ਸਕਦਾ, ਅਧਿਕਾਰੀ ਹੋ ਸਕਦਾ, ਪੋਲੀਟੀਸ਼ੀਅਨ ਹੋ ਸਕਦਾ, ਮੰਤਰੀ ਹੋ ਸਕਦਾ, MLA ਹੋ ਸਕਦਾ। ਉਹਨਾਂ ਨੂੰ ਇਮਾਨਦਾਰੀ ਨਾਲ ਗੱਲ ਕਰਨ ਦੀ ਲੋੜ ਆ। ਜਿਨ੍ਹਾਂ ਦੀ ਜ਼ਿੰਮੇਵਾਰੀ ਆ, ਉਹ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਉਣ। ਤੇ ਯਾਦਵਿੰਦਰ, ਇੱਕ ਪਾਸੇ ਤਾਂ ਪੰਜਾਬ ਕਰੋਨਾ ਸੰਕਟ ਦੇ ਨਾਲ ਜੂਝ ਰਿਹਾ, ਪਰ ਦੂਜੇ ਪਾਸੇ ਹੀ ਕਾਂਗਰਸ ਦੇ ਵਿੱਚ ਜਿਹੜਾ ਅੰਦਰੂਨੀ ਸੰਕਟ ਹੈ, ਆਪਾਂ ਪਿਛਲੇ ਕਈ ਦਿਨਾਂ ਤੋਂ ਉਹਨੂੰ ਡਿਸਕਸ ਕਰ ਰਹੇ ਹਾਂ, ਡੀਕੋਡ ਕਰ ਰਹੇ ਹਾਂ ਉਸ ਮੁੱਦੇ ਨੂੰ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਜਾ ਰਿਹਾ ਕਾਂਗਰਸ ਦੇ ਵਿੱਚ? ਕੈਪਟਨ ਕਿਹਨਾਂ ਮੰਤਰੀਆਂ ਦੀਆਂ ਫਾਈਲਾਂ ਖੋਲ੍ਹ ਦੇਣਗੇ? ਇੱਕ ਤਾਂ ਦੇਖੋ, ਬੜੀ ਸ਼ਰਮਨਾਕ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਚੀਜ਼ਾਂ ਚੱਲ ਰਹੀਆਂ ਨੇ, ਜਾਂ ਤਾਂ ਇਹ ਸੌਰਟ ਆਊਟ ਹੋਵੇ ਜਾਂ ਇਹ ਚੈਪਟਰ ਕਲੋਜ਼ ਹੋ ਜੇ। ਇਹ ਚੀਜ਼ਾਂ ਜਿਸ ਤਰੀਕੇ ਨਾਲ ਕਾਂਗਰਸ ਚੱਲ ਰਹੀਆਂ ਨੇ, ਉਹ ਪੰਜਾਬ ਦੇ ਕੋਈ ਹਿੱਤ 'ਚ ਨਹੀਂ ਹੈ। ਪੰਜਾਬ ਦਾ ਉਹਨਾਂ ਨਾਲ ਨੁਕਸਾਨ ਹੋਏਗਾ। ਚੀਜ਼ਾਂ ਵਾਪਰ ਰਹੀਆਂ ਨੇ, ਰਾਜਨੀਤੀ ਤੇ ਰਿਪੋਰਟ ਕਰਨਾ, ਹਰ ਚੀਜ਼ ਨੂੰ ਰਿਪੋਰਟ ਕਰਨਾ ਹੀ ਸਾਡਾ ਕੰਮ ਆ। ਜਿਵੇਂ ਅੱਜ ਕਿਸਾਨਾਂ ਦੀ ਅੱਜ ਬਹੁਤ ਵੱਡਾ ਕਾਫਲਾ ਗਿਆ ਦਿੱਲੀ ਨੂੰ, ਉਹਨੂੰ ਅਸੀਂ ਲਗਾਤਾਰ ਰਿਪੋਰਟ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਕਿਸਾਨਾਂ ਨੇ ਹਾੜੀ ਦਾ ਸੀਜ਼ਨ ਮੁੱਕਣ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਕਾਫਲਾ ਉਧਰ ਨੂੰ ਤੋਰਿਆ। ਹੋਰ ਵੀ ਜਿੰਨੇ ਮਸਲੇ ਆਉਂਦੇ ਨੇ, ਜਾਂ ਅਰੁੰਧਤੀ ਰਾਏ ਨੇ ਕੱਲ੍ਹ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਅਸਤੀਫਾ ਦਿਓ, ਅਸੀਂ ਲਗਾਤਾਰ ਉਹ ਸਾਰੇ ਮਸਲੇ ਰਿਪੋਰਟ ਕਰਦੇ ਹਾਂ। ਪਰ ਕਿਉਂਕਿ ਰਾਜਨੀਤੀ ਚੀਜ਼ਾਂ ਵਾਪਰਦੀਆਂ ਤਾਂ ਜਰਨਲਿਸਟਾਂ ਦਾ ਕੰਮ ਆ ਉਹਨੂੰ ਰਿਪੋਰਟ ਕਰਨਾ, ਉਹਨੂੰ ਵਿਸ਼ਲੇਸ਼ਣ ਕਰਨਾ। ਪਰ ਇਹ ਵੀ ਰਾਜਨੀਤੀ ਦਾ ਕੰਮ ਹੈਗਾ ਜਾਂ ਕਾਂਗਰਸ ਦਾ ਕੰਮ ਹੈ ਕਿ ਭਾਈ ਜਿਹੜੀ ਇਹ ਗੱਲ ਚੱਲ ਰਹੀ ਹੈ,
ਸਿੱਧੂ ਵਰਸਸ ਕੈਪਟਨ ਤਾਂ ਸਰੇਆਮ ਦਿਖ ਰਿਹਾ, ਸਭ ਨੂੰ ਦਿਖ ਰਿਹਾ ਗਾ। ਉਹਦੇ 'ਚ ਕੋਈ ਨਾ ਕੋਈ ਹੱਲ ਨਿਕਲੇ, ਜਾਂ ਤਾਂ ਉਹ ਖਤਮ ਹੋਵੇ ਜਾਂ ਉਹ ਕਲੋਜ਼ ਹੋਵੇ, ਬ੍ਰੇਕ ਲੱਗੇ, ਜੋ ਵੀ ਕਾਂਗਰਸ ਨੇ ਕਰਨਾ, ਕਾਂਗਰਸ ਦਾ ਇੰਟਰਨਲ ਮਾਮਲਾ ਉਹ। ਪਰ ਜਿਹੜੀ ਸਾਡੀ ਸੂਚਨਾ ਗਈ, ਸਾਨੂੰ ਇਹ ਪਤਾ ਲੱਗਿਆ ਹੈ ਕਿ ਕਾਂਗਰਸ ਦੇ ਅੰਦਰ ਜੋ ਇਹ ਖਾਨਾ ਜੰਗੀ ਚੱਲ ਰਹੀ ਹੈ, ਇਹ ਅਜੇ ਹੋਰ ਚੱਲੇਗੀ। ਇਹ ਅਗਲੇ ਮਹੀਨੇ ਦੇ 15ਵਾੜੇ ਤੱਕ ਚੱਲ ਸਕਦੀ ਹੈ, ਬਹੁਤ ਸਾਰੇ ਲੋਕ ਐਂ ਕਹਿ ਰਹੇ ਨੇ। ਮੀਟਿੰਗਾਂ ਅਲੱਗ-ਅਲੱਗ ਗਰੁੱਪਾਂ ਦੀਆਂ ਦੁਬਾਰਾ ਫਿਰ ਸ਼ੁਰੂ ਹੋ ਰਹੀਆਂ ਨੇ, ਜਿਵੇਂ ਅੱਜ ਵੀ ਮੀਟਿੰਗ ਕਿਤੇ ਹੋ ਰਹੀ ਹੈਗੀ, ਕੱਲ੍ਹ ਨੂੰ ਵੀ ਇੱਕ ਮੀਟਿੰਗ ਹੋ ਰਹੀ ਹੈ, ਕੱਲ੍ਹ ਵੀ ਇੱਕ ਮੀਟਿੰਗ ਕਾਂਗਰਸੀਆਂ ਦੀ ਹੋਣ ਜਾ ਰਹੀ ਹੈਗੀ। ਮਤਲਬ ਗਰੁੱਪਸ 'ਚ ਮੀਟਿੰਗ ਕਰ ਰਹੇ ਨੇ ਇਸੇ ਮਸਲੇ ਨੂੰ ਲੈ ਕੇ, ਅਲੱਗ-ਅਲੱਗ ਜਿਨ੍ਹਾਂ ਦਾ ਇੱਕ ਦੂਜੇ 'ਤੇ ਫੇਥ ਹੈ। ਪਤਾ ਇਹ ਲੱਗਿਆਗਾ, ਕੈਪਟਨ ਅਮਰਿੰਦਰ ਸਿੰਘ ਦੇ ਇੱਕ ਸਮਰਥਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਹੜਾ ਬੈਠੇ ਰਹਿਣਗੇ, ਕੈਪਟਨ ਅਮਰਿੰਦਰ ਸਿੰਘ ਕਿਹੜਾ ਇੰਨੇ ਸ਼ਰੀਫ ਨੇ ਕਿ ਇਹ ਸਾਰਾ ਕੁਝ ਚੱਲਦਾ ਰਹੇਗਾ ਤੇ ਕੈਪਟਨ ਅਮਰਿੰਦਰ ਸਿੰਘ ਬੈਠੇ ਰਹਿਣਗੇ। ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਜਿਹੜੀ ਰਣਨੀਤੀ ਤਿਆਰ ਕਰ ਰਹੇ ਹੋਣਗੇ। ਕੈਪਟਨ ਅਮਰਿੰਦਰ ਸਿੰਘ ਇਹ ਸਾਰੇ ਮਸਲੇ 'ਚ ਕੀ ਝਟਕਾ ਦੇਣਗੇ, ਅਸੀਂ ਕੱਲ੍ਹ ਡਿਸਕਸ ਕੀਤਾ ਸੀਗਾ ਕਿ ਇੱਕ ਤਾਂ ਉਹਨਾਂ ਕੋਲ ਆਪਸ਼ਨ ਆ ਵੀ ਉਹ ਜੇ ਸਰਕਾਰ ਨਾਲ ਉਹਨਾਂ ਦੀ ਖੜਕ ਜਾਂਦੀ ਹੈ, ਜੇ ਉਹਨਾਂ ਦੀ ਗਾਂਧੀ ਪਰਿਵਾਰ ਨਾਲ ਖੜਕ ਜਾਂਦੀ ਹੈ, ਜੇ ਉਹਨਾਂ ਨੂੰ ਉਤਾਰਨ ਲੱਗਦੇ ਨੇ, ਤਾਂ ਉਹ ਕੈਬਨਿਟ 'ਚ ਇੱਕ ਮਤਾ ਪਾ ਕੇ ਵਿਧਾਨ ਸਭਾ ਨੂੰ ਡਿਸੋਲਵ ਕਰ ਸਕਦੇ ਨੇ, ਜਿਹਦੀ ਸੰਭਾਵਨਾ ਇਸ ਕਰਕੇ ਘੱਟ ਆ ਕਿ ਕੈਬਨਿਟ ਦੀ ਮੈਜੋਰਿਟੀ ਵੀ ਉਹਨਾਂ ਨਾਲ ਨਹੀਂ ਹੋਏਗੀ, ਕਿਉਂਕਿ ਜਦੋਂ ਇਹ ਸਾਰੀ ਰਾਏ ਬਣਾਈ ਜਾਏਗੀ ਤਾਂ ਸਭ ਦੀ ਸਹਿਮਤੀ ਲੈ ਲਈ ਗਈ ਹੋਵੇਗੀ। ਮੈਨੂੰ ਲੱਗਦਾ ਲਈ ਨਹੀਂ ਜਾਣੀ, ਲੈ ਲਈ ਗਈ ਹੋਵੇਗੀ, ਯਾਨੀ ਜਿੰਨੇ ਕੈਬਨਿਟ 'ਚ ਲੋਕ ਨੇ ਉਹਨਾਂ ਦੇ ਨਾਲ ਵੀ ਅੱਡ-ਅੱਡ ਵੱਖ-ਵੱਖ ਪੱਧਰ ਦੇ ਉੱਤੇ ਗੱਲ ਹੋ ਚੁੱਕੀ ਹੋਵੇਗੀ, ਕਿਉਂਕਿ ਰਾਹੁਲ ਦੀ ਟੀਮ 'ਚੋਂ ਵੀ ਜਿਹੜੇ ਲੋਕ ਇੱਥੇ ਆਏ ਸੀ ਉਹਨਾਂ ਨੇ ਵੀ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਹੈ। ਸਮਾਂ ਆਉਣ 'ਤੇ ਅਸੀਂ ਡਿਸਕਲੋਜ਼ ਕਰਾਂਗੇ ਉਹਨੂੰ, ਪਰ ਸਾਡੇ ਸੋਰਸ ਜਿਹੜੇ ਦੱਸਦੇ ਨੇ ਉਹਨਾਂ ਦੇ ਵੀ ਜ਼ਰੂਰੀ ਹੈਗਾ ਕਿ ਉਹਨਾਂ ਨੂੰ ਅਸੀਂ ਪ੍ਰੋਟੈਕਟ ਕਰੀਏ, ਉਹਨਾਂ ਦੇ ਜ਼ਰੀਏ ਸਾਡੇ ਕੋਲ ਸੂਚਨਾ ਆਉਣੀਆਂ ਕਿੱਥੇ ਕਿੱਥੇ ਕਿਹੜੀਆਂ ਮੁਲਾਕਾਤਾਂ ਹੋਈਆਂ ਨੇ। ਪਤਾ ਹੁਣ ਇਹ ਲੱਗਿਆ ਕਿ ਇੱਕ ਪਾਸੇ MLA ਮੰਤਰੀ, ਦੂਜੇ ਪਾਸੇ ਕੈਪਟਨ, ਯਾਨੀ ਇੱਕ ਪਾਸੇ ਫਾਈਲਾਂ, ਦੂਜੇ ਪਾਸੇ ਹਾਰ। MLAs ਨੂੰ ਇਹ ਲੱਗਦਾ ਕਿ ਜੇ ਅਸੀਂ ਕੈਪਟਨ ਨਾਲ ਖੜੇ ਹੁੰਦੇ ਹਾਂ ਤਾਂ ਅਸੀਂ ਹਾਰਾਂਗੇ ਆਪਣੇ ਹਲਕਿਆਂ 'ਚ। ਜਿਹੜੇ ਹਲਕੇ ਸਿੱਖ ਡੋਮੀਨੇਟਡ ਹਲਕੇ ਨੇ, ਜਿਨ੍ਹਾਂ 'ਚ ਮੈਜੋਰਿਟੀ ਸਿੱਖਾਂ ਦੀ ਹੈ, ਜਿਨ੍ਹਾਂ 'ਚ ਬੇਅਦਬੀ ਵਾਲਾ ਮਸਲਾ ਬਹੁਤ ਵੱਡਾ ਮਸਲਾ ਰਹੇਗਾ, ਉਹ ਤਾਂ ਸਾਰੇ ਇਹ ਮੰਨ ਕੇ ਚੱਲ ਰਹੇ ਨੇ ਕਿ ਜੇ ਮਸਲੇ 'ਚ ਸਾਡੇ ਤੋਂ ਕੁਝ ਨਾ ਹੋਇਆ ਤਾਂ ਅਸੀਂ ਇਲੈਕਸ਼ਨ ਹਾਰੇ, ਤਾਂ ਅਸੀਂ ਕੈਪਟਨ ਨਾਲ ਇਲੈਕਸ਼ਨ ਜਿੱਤ ਹੀ ਨਹੀਂ ਸਕਦੇ। ਬਹੁਤ ਸਾਰੇ ਹਲਕੇ ਇਹੋ ਜਿਹੇ ਨੇ ਪੰਜਾਬ ਦੇ ਜਿੱਥੇ ਸਿੱਖ ਹੀ ਡਿਸਾਈਡ ਕਰਦੇ ਨੇ ਕਿ ਇਹ ਸੀਟ ਕੌਣ ਜਿੱਤੇਗਾ, ਕੌਣ ਹਾਰੇਗਾ, ਤਾਂ ਉੱਥੇ ਬੇਅਦਬੀ ਦਾ ਮਸਲਾ ਵੱਡਾ ਮਸਲਾ ਬਣੇਗਾ। ਜਦੋਂ ਪੁੱਛਿਆ ਜਾਏਗਾ ਚੋਣਾਂ ਦੇ ਅੰਦਰ ਭਾਈ ਕੈਪਟਨ ਨੇ ਕੀ ਕੀਤਾ, ਤਾਂ ਉਹ ਸਾਰੇ ਹੀ ਕੈਪਟਨ ਤੋਂ ਸਭ ਤੋਂ ਪਹਿਲਾਂ ਪਰਾਂ ਹਟੇ ਨੇ। ਇਹ ਕੈਪਟਨ ਵੀ ਚੰਗੀ ਤਰ੍ਹਾਂ ਜਾਣਦੇ ਨੇ, ਉਹਨਾਂ ਕੋਲ ਵੀ ਇਹ ਰਿਪੋਰਟ ਆ ਕਿ ਕੈਪਟਨ ਤੋਂ ਸਭ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਸਭ ਤੋਂ ਕਲੋਜ਼ ਸੀ, ਸਭ ਤੋਂ ਪਰਾਂ ਹਟੇ, ਛੇਤੀ ਉਹਨਾਂ ਤੋਂ ਦੂਰ ਹੋਏ। ਉਹਨਾਂ ਦੇ ਹਲਕੇ ਜਿਹੜੇ ਆ ਚੈੱਕ ਕਰਕੇ ਦੇਖ ਲਓ, ਸਿੱਖ ਡੋਮੀਨੇਟਡ ਹਲਕੇ ਨੇ, ਉਹਨਾਂ ਚੋਂ ਕੁਝ ਲੋਕਾਂ ਦੇ, ਉਹਨਾਂ 'ਚ ਹੋਰ ਲੋਕ ਵੀ ਜਿਹੜੇ ਮੀਟਿੰਗਾਂ ਕਰ ਰਹੇ ਨੇ। ਤਾਂ ਕੈਪਟਨ ਹੁਣ ਕਹਿੰਦੇ ਫਾਈਲਾਂ ਦੀ ਪੋਲੀਟਿਕਸ, ਇਹ ਕੋਈ ਕੈਪਟਨ ਪੱਖੀ ਬੰਦਾ ਹੀ ਕਹਿ ਰਿਹਾ ਸੀਗਾ ਕਿ ਫਾਈਲਾਂ ਤਿਆਰ ਨੇ, ਇੱਕ ਪਾਸੇ ਫਾਈਲਾਂ, ਦੂਜੇ ਪਾਸੇ ਹਾਰ। MLA ਦੇ ਵਿਚਾਲੇ ਫਸੇ ਹੋਏ ਨੇ। ਇੱਕ ਪਾਸੇ ਉਹਨਾਂ ਨੂੰ ਆਪਣੀ ਹਾਰ ਦਿਖਦੀ ਹੈ, ਉਹਨਾਂ ਨੂੰ ਲੱਗਦਾ ਸਿੱਧੂ ਆਵੇ, ਇਹ ਮਸਲੇ 'ਤੇ ਜਾਂ ਕੁਛ ਹੋਵੇ। ਇੱਕ ਪਾਸੇ ਉਹ ਇਹ ਚੀਜ਼ ਕਰ ਰਹੇ ਨੇ, ਦੂਜੇ ਪਾਸੇ ਉਹ ਇਸ ਮਸਲੇ ਦੇ ਉੱਤੇ ਡਰੇ ਹੋਏ ਨੇ, ਕਿਉਂਕਿ ਕੈਪਟਨ ਜਿਨ੍ਹਾਂ ਦੀਆਂ ਸਭ ਤੋਂ ਪਹਿਲਾਂ ਫਾਈਲਾਂ ਇਕੱਠੀਆਂ ਕਰ ਰਹੇ ਨੇ ਜਾਂ ਖੋਲ੍ਹਣ ਜਾ ਰਹੇ ਨੇ, ਉਹਨਾਂ 'ਚੋਂ ਬਹੁਤੇ MLA ਉਹ ਨੇ ਜਿਨ੍ਹਾਂ ਦੇ ਮਾਈਨਿੰਗ ਦੇ ਕੰਮਕਾਰ ਨੇ, ਜਿਨ੍ਹਾਂ ਦੇ ਕੋਈ ਇਲੀਗਲ ਕੰਮਕਾਰ ਨੇ, ਜਿਨ੍ਹਾਂ 'ਚ ਕੋਈ ਉਹਨਾਂ ਦੇ ਖਿਲਾਫ ਕੰਪਲੇਂਟ ਦੇ ਸਕਦਾ ਗਾ, ਯਾਨੀ ਵਿਭਾਗ 'ਚੋਂ ਹੀ। ਇਸ ਤਰ੍ਹਾਂ ਦੀ ਗੱਲ ਵਿਦਿਨ ਕਾਂਗਰਸ ਚੱਲ ਰਹੀ ਹੈ। ਇਸ ਤਰ੍ਹਾਂ ਦੀ ਗੱਲ ਕੈਪਟਨ ਦਾ ਧੜਾ ਕਹਿੰਦਾ ਗਾ। ਕੈਪਟਨ ਦੇ ਜਿਹੜੇ ਕਰੀਬੀ ਨੇ ਉਹ ਕਹਿੰਦੇ ਆ ਕਿ ਕੈਪਟਨ ਇੰਨੇ ਸਿੱਧੇ ਤਰੀਕੇ ਨਾਲ ਥੋੜ੍ਹੀ ਕੁਰਸੀ ਤੋਂ ਹਟ ਜਾਣਗੇ। ਐਂ ਤੁਸੀਂ ਕੈਪਟਨ ਨੂੰ ਐਵੇਂ ਸਮਝਦੇ ਹੋ ਕਿ ਕਾਂਗਰਸ ਡਿਸਾਈਡ ਕਰੇਗੀ ਤੇ ਕੈਪਟਨ ਹਟ ਜਾਣਗੇ? ਉਹ 'ਤੇ ਕੋਈ ਬਹੁਤ ਜ਼ਬਰਦਸਤ ਆਫਰ ਹੋਵੇ, ਜਿਹੜੇ ਆਫਰ 'ਚ ਕੈਪਟਨ ਫਿੱਟ ਹੋ ਜਾਣ, ਵੱਖਰੀ ਗੱਲ ਹੈ। ਪਰ ਜੇ ਹਟਾਉਣ ਦੀ ਕੋਸ਼ਿਸ਼ ਕੀਤੀ ਕੈਪਟਨ ਅਮਰਿੰਦਰ ਸਿੰਘ ਨੂੰ, ਤਾਂ ਫਿਰ ਕੈਪਟਨ ਵੀ ਮੁੱਖ ਮੰਤਰੀ ਹੁੰਦੇ, ਉਹਨਾਂ ਕੋਲ ਸਾਰਾ ਤਾਮ ਝਾਮ ਆ, ਕੀ ਨਹੀਂ ਆ ਕੈਪਟਨ ਅਮਰਿੰਦਰ ਸਿੰਘ ਕੋਲੇ? ਸਰਕਾਰ ਆ, ਪਾਵਰ ਹੈ, ਸੈਂਟਰ 'ਚ ਉਹਨਾਂ ਦੀ ਚੰਗੀ ਮੰਨੀ ਜਾਂਦੀ ਆ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੇ ਨਾਲ। ਤਾਂ ਉਹ ਵੀ ਆਪਣੇ ਲੈਵਲ ਦੇ ਉੱਤੇ ਉਹਨਾਂ ਫਾਈਲਾਂ ਦੇ ਜ਼ਰੀਏ ਗੇਮ ਘੁਮਾਉਣ ਦੀ ਕੋਸ਼ਿਸ਼ ਕਰਨਗੇ, ਯਾਨੀ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਉਹਨਾਂ ਦੇ ਖਿਲਾਫ ਓਪਨ ਫਰੰਟ 'ਤੇ ਆਉਣਗੇ, ਜਦੋਂ ਡਿਸਾਈਡ ਹੋ ਗਿਆ, ਮੰਨ ਲਓ ਡਿਸਾਈਡ ਕਰਕੇ ਕਾਂਗਰਸ ਕੁਛ ਕਰਨ ਲੱਗੀ ਆ, ਉਹ ਤਾਂ ਓਪਨ ਹੋ ਜਾਏਗੀ ਨਾ ਗੱਲ। ਤਾਂ ਕੈਪਟਨ ਉਸ ਤੋਂ ਪਹਿਲਾਂ ਉਹ ਫਾਈਲਾਂ ਦਾ, ਚਾਹੇ ਉਹਨੂੰ ਡਰ ਕਹਿ ਲਓ, ਚਾਹੇ ਫੈਕਟ ਕਹਿ ਲਓ, ਪਰ ਕੈਪਟਨ ਦਾ ਧੜਾ ਇਹ ਕਹਿੰਦਾ। ਕੈਪਟਨ ਦੇ ਧੜੇ ਦੇ ਕਿਸੇ ਖਾਸ ਬੰਦੇ ਨਾਲ ਹੀ ਰਾਤ ਗੱਲਬਾਤ ਹੋਈ, ਤਾਂ ਉਹ ਇਹ ਕਹਿ ਰਹੇ ਸੀਗੇ ਕਿ ਤੁਸੀਂ ਇਹ ਸਮਝਦੇ ਹੋਗੇ ਕਿ ਕੈਪਟਨ ਐਂ ਬੈਠੇ ਰਹਿਣਗੇ,
ਕੈਪਟਨ ਚੁੱਪ ਰਹਿਣਗੇ ਸਾਰੇ ਮਸਲੇ ਤੇ ਸਾਰਾ ਕੁਝ ਹੁੰਦਾ ਰਹੇਗਾ। ਕੈਪਟਨ ਦੀ ਕੋਈ ਪਲੈਨਿੰਗ ਨਹੀਂ ਹੋਏਗੀ। ਤਾਂ ਕੈਪਟਨ ਦੀ ਜਿਹੜੀ ਪਲੈਨਿੰਗ ਆ ਉਹਨੇ ਦੱਸਿਆ ਕਿ ਫਾਈਲਾਂ ਤਿਆਰ ਨੇ ਤੇ ਉਹ ਫਾਈਲਾਂ ਖੋਲ੍ਹੀਆਂ ਜਾਣਗੀਆਂ, ਉਹ ਫਾਈਲਾਂ ਤੇ ਬੰਦਿਆਂ ਨੂੰ ਉਲਝਾਇਆ ਜਾਏਗਾ। ਉਹੀ ਗੱਲ ਹੈ ਕਿ ਕੈਪਟਨ ਮੁੱਖ ਮੰਤਰੀ ਨੇ, ਕੁਰਸੀ ਉਹਨਾਂ ਦੇ ਕੋਲ ਹੈ। ਕੀ ਇਹ ਮੰਤਰੀ ਤੇ ਵਿਧਾਇਕ ਲੱਗਦਾ ਕਿ ਕੈਪਟਨ ਨੂੰ ਹਰਾ ਪਾਉਣਗੇ? ਕਿਹੜੇ ਦਾਅਵੇ ਦੇ ਨਾਲ ਮਤਲਬ ਐਡੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਕਿ ਹਾਂ ਠੀਕ ਹੈ ਅਸੀਂ ਕੈਪਟਨ ਨੂੰ ਹਰਾ ਦੇਵਾਂਗੇ? ਨਹੀਂ, ਮੰਤਰੀ ਔਨ ਰਿਕਾਰਡ ਆ ਕੇ ਤਾਂ ਕਿਸੇ ਨੇ ਨਹੀਂ ਕਿਹਾ ਹੈਗਾ। ਫਿਰ ਵੀ ਪਿੱਛੋਂ ਤੋਂ ਜਿਹੜੇ ਮਤਲਬ ਲੱਗੇ ਹੋਏ ਨੇ ਕਿ ਹਾਂ ਜਿਹੜੇ ਲੱਗੇ ਹੋਏ ਨੇ ਚੁੱਪ ਚਪੀਤੇ ਲੱਗੇ ਹੋਏ ਨੇ। ਤਾਂ ਤੁਸੀਂ ਦੇਖੋ ਨਾ, ਜਿਹੜਾ ਆਪਾਂ ਵਾਰ-ਵਾਰ ਇੱਕ ਗੱਲ ਕਰਦੇ ਹਾਂ, ਹਾਈ ਕਮਾਨ ਕੀ ਕਰਦੀ ਹੈ ਤੇ ਥੱਲੇ ਇਕਜੁੱਟਤਾ ਕਿੰਨੀ ਰਹਿੰਦੀ ਹੈ। ਕੀ ਇਹ ਥੱਲੜੀ ਇਕਜੁੱਟਤਾ ਇਸ ਗੱਲ ਲਈ ਤਿਆਰ ਹੈ ਕਿ ਹਾਈ ਕਮਾਨ ਤਿਆਰ ਹੈ? ਜੇ ਹਾਈ ਕਮਾਨ 'ਚ ਡਿਵੀਜ਼ਨ ਹੋਈ, ਮੰਨ ਲਓ ਸੋਨੀਆ ਹੋਰ ਤਰ੍ਹਾਂ ਸੋਚ ਰਹੇ ਹੋਏ, ਰਾਹੁਲ ਤੇ ਪ੍ਰਿੰਕਾ ਹੋਰ ਤਰ੍ਹਾਂ ਸੋਚ ਰਹੇ ਹੋਏ, ਤਾਂ ਵੀ ਖਿਲਾਰੇ ਪੈ ਜਾਣਗੇ। ਤਾਂ ਮਸਲਾ ਇਹ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਇਸ ਗੱਲ ਨੂੰ ਡੀਰੇਲ ਕਰਨਗੇ ਤਾਂ ਉਹਨਾਂ ਨੇ ਵੀ ਕੋਈ ਪਲਾਨ ਤਿਆਰ ਕੀਤਾ ਹੋਏਗਾ। ਉਹਦੇ 'ਚੋਂ ਜਿਹੜੇ ਕੈਪਟਨ ਦੇ ਕਰੀਬੀ ਆ ਉਹ ਇਹੀ ਕਹਿ ਰਹੇ ਨੇ ਕਿ ਜਿਵੇਂ ਆਪਾਂ ਇੱਕ ਗੱਲ ਦੇਖ ਰਹੇ ਹਾਂਗੇ ਕਿ ਅੱਜ ਤੱਕ ਵੀ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ, ਸਿੱਧੂ ਲਗਾਤਾਰ ਹਮਲੇ ਕਰ ਰਹੇ ਨੇ। ਸਿੱਧੂ ਦੇ ਖਿਲਾਫ ਅਜੇ ਤੱਕ ਵੀ ਕੈਪਟਨ ਦੇ ਕਿਸੇ ਵੀ ਖਾਸਮ ਖਾਸ ਦਾ ਬਿਆਨ ਨਹੀਂ ਆਇਆ। ਜਿਵੇਂ ਪਿਛਲੀ ਵਾਰ ਆਉਂਦੇ ਸੀਗੇ, ਪਿਛਲੀ ਵਾਰ ਕੋਈ ਮੰਤਰੀ ਵੀ ਨਹੀਂ ਹੈਗਾ। ਤ੍ਰਿਪਤ ਬਾਜਵਾ ਸਭ ਤੋਂ ਪਹਿਲਾਂ ਬੋਲੇ ਸਿੱਧੂ ਖਿਲਾਫ। ਕੱਲ ਤ੍ਰਿਪਤ ਬਾਜਵਾ ਦਾ ਤੁਸੀਂ ਬਿਆਨ ਦੇਖ ਲਓ। ਤ੍ਰਿਪਤ ਬਾਜਵਾ ਨੇ ਵੀ ਕਿਹਾ ਵੀ ਕੈਪਟਨ ਦੀ ਜਿਹੜੀ SIT ਆ ਉਹ ਜਲਦੀ, ਮਤਲਬ ਜੀ ਸਰਕਾਰ ਦੀ SIT ਹੁਣ 6 ਮਹੀਨਿਆਂ ਦੀ ਥਾਂ 2 ਮਹੀਨਿਆਂ 'ਚ ਕੰਮ ਨਿਬੇੜੇ। ਯਾਨੀ ਉਹ ਵੀ ਜਿਹੜੀ ਗੰਗਾ ਵਹਿੰਦੀ ਨਜ਼ਰ ਆ ਰਹੀ ਆ, ਹੋਰ ਪਾਸੇ ਨੂੰ ਵਹਿੰਦੀ ਨਜ਼ਰ ਆ ਰਹੀ ਆ, ਜਾਂ ਕਹੀਏ ਕਿ ਘੱਟੋ ਘੱਟ ਉਹ ਨਹੀਂ 2 ਮਹੀਨੇ ਵਾਲਾ ਬਿਆਨ ਦੇਤਾ। ਤਾਂ ਇਹ ਗੱਲ ਆ ਜਿਹੜੀ ਆਪਣੇ ਆਪ 'ਚ ਬੜੀ ਅਹਿਮ ਆ ਕਿ ਸਿੱਧੂ ਦੇ ਖਿਲਾਫ ਕਿਸੇ ਦਾ ਨਾਂ ਬੋਲਣਾ ਤੇ ਕੈਪਟਨ ਦੇ ਖਿਲਾਫ ਅੰਦਰ ਖਾਤੇ ਲਾਮਬੰਦੀ ਹੋਣੀ, ਤੇ ਉਸ ਲਾਮਬੰਦੀ ਦਾ ਜਵਾਬ ਮਤਲਬ ਉਹ MLA ਸਾਰੇ ਵਿਚਾਰੇ ਬਣ ਚੁੱਕੇ ਨੇ। ਜੇ ਕਹਿਣਾ ਹੋਵੇ, ਸਾਰੇ MLA ਜਿਹੜੇ ਸਭ ਤੋਂ ਤਾਕਤਵਰ MLA ਸੀਗੇ, ਜਿਹੜੇ ਸਭ ਤੋਂ ਤਾਕਤ ਦੇ ਨਾਲ ਬੋਲਦੇ ਸੀਗੇ, ਉਹ ਵਿਚਾਰੇ ਹੋ ਚੁੱਕੇ ਨੇ। ਹੁਣ ਵਿਚਾਰੇ ਕਿਸ ਗੱਲੋਂ ਨੇ? ਇਸ ਗੱਲ ਤੋਂ ਵਿਚਾਰੇ ਹੋ ਗਏ ਕਿ ਭਾਈ ਬਣੂ ਕੀ। ਡਰਦੇ ਵੀ ਨੇ। ਜਿਵੇਂ ਜਿਹੜੇ ਮੀਟਿੰਗ 'ਚ ਗਏ ਲੋਕ ਨੇ ਉਹ ਹੁਣ ਕਿਸੇ ਨਾਲ ਗੱਲ ਨਹੀਂ ਕਰ ਰਹੇ, ਡਰ ਰਹੇ ਨੇ। ਉਹ ਜਿਹੜੇ ਵੱਖ-ਵੱਖ ਮੀਟਿੰਗਾਂ ਹੋਰ ਵੀ ਕਰ ਰਹੇ ਨੇ ਉਹ ਵੀ ਗੱਲ ਕਰਨ ਤੋਂ ਡਰ ਰਹੇ ਨੇ। ਉਹੀ ਡਰ ਦੋਵੇਂ ਸਭ ਪਾਸੇ ਨੂੰ ਲੱਗਦਾ ਗਾ ਕਿ ਕਿਤੇ ਕੁਛ ਐ ਨਾ ਹੋ ਜੇ ਮੰਨ ਲਓ ਦੁਬਾਰਾ ਕੈਪਟਨ ਆ ਜਾਣ ਬੈਟਿੰਗ ਕਰਦੇ ਮਜ਼ਬੂਤ ਹੋ ਕੇ, ਤੇ ਕੈਪਟਨ ਤੇ ਫਿਰ ਹਾਈ ਕਮਾਂਡ ਦੀ ਪ੍ਰਵਾਹ ਪਹਿਲਾਂ ਵੀ ਨਹੀਂ ਕਰਦੇ। ਇਹਦਾ ਮਤਲਬ ਕੈਪਟਨ ਆਉਣ ਸਾਰ ਸਭ ਤੋਂ ਪਹਿਲਾਂ ਰੀਸ਼ਫਲ ਕੈਬਨਿਟ 'ਚ ਕਰਨਗੇ। ਸਭ ਤੋਂ ਪਹਿਲਾਂ ਰੀਸ਼ਫਲ ਕੈਬਨਿਟ 'ਚ ਹੋਏਗਾ। ਜੇ ਕਿਤੇ ਕੈਪਟਨ ਦਾ ਦਾਅ ਲੱਗ ਗਿਆ ਦੂਜੇ ਪਾਸਿਓਂ, ਜੇ ਸਿੱਧੂ ਦਾ ਲੱਗ ਗਿਆ ਤਾਂ ਸਿੱਧੂ ਆਪਣੇ ਤਰੀਕੇ ਨਾਲ ਖੇਡਣਗੇ, ਜੇ ਕੈਪਟਨ ਦਾ ਲੱਗ ਗਿਆ ਤਾਂ ਕੈਪਟਨ ਆਪਣੇ ਤਰੀਕੇ ਨਾਲ ਖੇਡਣਗੇ। ਸਿਆਸੀ ਖੇਡ ਤਾਂ ਹੀ ਹੁੰਦੀ ਹੈ। ਇਸ ਕਰਕੇ ਇਹ ਬੜੀ ਇੰਪੋਰਟੈਂਟ ਚੀਜ਼ ਆ ਕਿ ਆਉਣ ਵਾਲੇ ਦਿਨਾਂ ਦੇ ਜਿਹੜੇ ਰਾਜਨੀਤਿਕ ਡਿਵੈਲਪਮੈਂਟਾਂ ਨੇ, ਜਿਹੜੀ ਆਉਣ ਵਾਲੇ ਦਿਨਾਂ ਦੀ ਪੋਲੀਟੀਕਲ ਮਟੀਰੀਅਲ ਕੰਡੀਸ਼ਨ ਆ, ਯਾਨੀ ਕਾਂਗਰਸ ਦਾ ਜੋ ਪੋਲੀਟੀਕਲ ਮਟੀਰੀਅਲ ਕੰਡੀਸ਼ਨ ਆ, ਉਹਦੇ ਤੋਂ ਤੈਅ ਹੋਏਗਾ। ਕਾਂਗਰਸ ਦੀਆਂ ਰਾਜਨੀਤਿਕ ਪਦਾਰਥਕ ਹਾਲਤਾਂ ਇਹ ਤੈਅ ਕਰਨਗੀਆਂ ਕਿ ਅੱਗੇ ਗੱਲ ਕੈਪਟਨ ਦੇ ਪੱਖ 'ਚ ਖੜੀ ਹੋ ਜਾਂਦੀ ਹੈ ਜਾਂ ਫਿਰ ਹਾਈ ਕਮਾਨ ਤੇ ਸਿੱਧੂ ਦੇ ਪੱਖ 'ਚ ਖੜੀ ਹੋ ਜਾਂਦੀ ਹੈ। ਤਾਂ ਇੱਕ ਪਾਸੇ ਪੰਜਾਬ ਕਰੋਨਾ ਸੰਕਟ ਦੇ ਨਾਲ ਜੂਝ ਰਿਹਾ ਤੇ ਉੱਥੇ ਦੂਜੇ ਪਾਸੇ ਕਾਂਗਰਸ ਦੇ ਵਿੱਚ ਖਿਲਾਰੇ ਪਏ ਹੋਏ ਨੇ। ਹਾਲਾਂਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ, ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਪਸੀ ਧੜੇਬਾਜ਼ੀ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਦਾ ਖਿਆਲ ਰੱਖਿਆ ਜਾਵੇ ਤਾਂ ਜੋ ਕਿ ਲੋਕ ਇਸ ਮਹਾਮਾਰੀ ਤੋਂ ਬਚ ਸਕਣ।